प्यारे बच्चों, अज असी 9वीं जमात का इकनॉमिक्स का अर्थशास्त्र का दूजा पाठ मनुखी संसाधन इसकी दोहराई करांगे। पहला असी पार्ट 1 तो पार्ट 2 दे विच इहनूं कंप्लीट कर चुके हैं और अज असी इसकी दोहराई करांगे। तो प्यारे बच्चों, असी विश्व विच देखिया कि विश्व विच भारत की जनसंख्या का आकार चीन तो बाद दूजे स्थान पर है। जनगणना सैंसस 2011 अनुसार भारत की जनसंख्या 1210.19 मिलियन ਜਾਂ 121 करोड़ है। तो भारत ਵਿੱਚ काफ़ी दहाकिਆਂ तक ज़्यादा जनसंख्या ਨੂੰ पूंजी की बजाय जिम्मेवारी समझा जाता रहा, परंतु ये जरूरी नहीं कि सिर्फ जिम्मेवारी है। तो विद्यार्थियों, इस पाठ द्वारा असी ये पढ़ांगे कि किमें एक देश की जनसंख्या उसकी पूंजी बन सकती है। तो इस पाठ दे विच असी पहला पढ़िया सीगा कि चीन विश्व का पहले स्थान पर जनसंख्या के हिसाब नाल इसकी जनसंख्या जिहड़ी हैगी है वो 1370 मिलियन सी, 137 करोड़ सी 2011 च। ते भारत की जिहड़ी जनसंख्या है वो भारत चीन तो बाद दूजे स्थान पर सीगा देश दे विच विश्व विच। तो भारत की जनसंख्या जिहड़ी हैगी 1210.19 मिलियन या 121 करोड़ सी। तो असी ये पाठ पहला पढ़ चुके हैं, इसकी रिवीजन कर रहे हैं। तो संसाधन की न एक राष्ट्र संस्था ਜਾਂ ਵਿਅਕਤੀ ਦੁਆਰਾ ਆਪਣੀ ਆਮਦਨ ਵਿੱਚ ਵਾਧਾ ਕਰਨ ਦੇ ਜਿਹੜੇ ਉਪਾਅ ਉਹਨਾਂ ਨੂੰ ਸਾਧਨ ਕਹਿੰਦੇ ਨੇ। ਕੁਝ ਸਾਧਨ ਜਿਵੇਂ ਕਿ ਹਵਾ, ਖਣਿਜ ਪਦਾਰਥ, ਮਿੱਟੀ, ਪਾਣੀ ਆਦਿ ਕੁਦਰਤ ਦੀ ਦੇਣ ਨੇ। ਇਹ ਸਾਧਨ ਮਨੁੱਖੀ ਲੋੜਾਂ ਨੂੰ ਪੂਰਾ ਕਰਕੇ ਉਹਨਾਂ ਨੂੰ ਸੰਤੁਸ਼ਟ ਕਰਦੇ ਨੇ। ਇਹਨਾਂ ਸਾਧਨਾਂ ਨੂੰ ਕੁਦਰਤੀ ਸਾਧਨ ਵੀ ਕਿਹਾ ਜਾਂਦਾ ਹੈ। ਤਾਂ ਸੰਸਾਧਨ ਕੀ ਨੇ? ਕਿਸੇ ਰਾਸ਼ਟਰ ਸੰਸਥਾ ਜਾਂ ਵਿਅਕਤੀ ਦੁਆਰਾ ਆਪਣੀ ਆਮਦਨ ਵਿੱਚ ਵਾਧਾ ਕਰਨ ਦੇ ਉਪਾਅ ਨੇ। तो कुदरती साधन दे विच हवा, मिट्टी, पानी, खनिज, धुप्प जिहड़े हैगे ये साडे कोल कुदरती संसाधन आ गए। तो संसाधन भी की ने? किसी भी राष्ट्र संस्था या व्यक्ति द्वारा अपनी आमदन विच वाधा करन दे जिहड़े उपाय ने वो संसाधन ने। तो मनुखी संसाधन की ने, इहदी असीं हुण गल करांगे। तो देश की जनसंख्या का आकार, इसकी कुशलता, विद्यक गुण, उत्पादकता आदि मनुखी साधन कहाउंदे ने। तो किसी भी देश की जनसंख्या, उसका आकार, जनसंख्या का आकार, इसकी कुशलता, विद्यक गुण, उत्पादकता आदि जिहड़े हैगे मनुखी साधन कहाउंदे ने। मनुखी साधन बहुत ज़्यादा महत्वपूर्ण साधन ने क्योंकि ये कुदरती साधनों नूं होर ज़्यादा उपयोगी बना देंदे ने। जिस देश कोल ज़्यादा पढ़े लिखे ते कुशल लोग होणगे वो देश कुदरती साधनों की सही वरतों नाल उत्पादन कर सकता है। तो संसार के कई विकासशील अते घट विकसित देश ਜਿਹੜੇ ਹੈਗੇ ਉਹ ਆਰਥਿਕ ਪੱਖੋਂ ਘੱਟ ਵਿਕਸਿਤ ਹਨ। ਇਸ ਕਰਕੇ ਨਹੀਂ ਕਿ ਉਹਨਾਂ ਕੋਲ ਕੁਦਰਤੀ ਸਾਧਨਾਂ ਦੀ ਕਮੀ ਹੈ, ਬਲਕਿ ਉਹ ਇਸ ਕਰਕੇ ਨਾ ਕਿਉਂਕਿ ਉਹਨਾਂ ਕੋਲ ਗੁਣਵਾਨ ਮਨੁੱਖੀ ਸਾਧਨਾਂ ਦੀ ਘਾਟ ਪਾਈ ਜਾਂਦੀ ਹੈ। ਤਾਂ ਦੇਸ਼ ਦੀ ਮਨੁੱਖੀ ਸਾਧਨ ਜਨਸੰਖਿਆ 'ਤੇ ਨਿਰਭਰ ਕਰਦੇ ਨੇ, ਆਕਾਰ 'ਤੇ, ਕੁਸ਼ਲਤਾ 'ਤੇ, ਵਿਦਿਅਕ ਗੁਣਾਂ 'ਤੇ ਅਤੇ ਉਤਪਾਦਕਤਾ 'ਤੇ ਨਿਰਭਰ ਕਰਦਾ ਹੈ। ਤਾਂ ਮਨੁੱਖੀ ਸੰਸਾਧਨ ਕੀ ਹੈ? ਕਿਸੇ ਦੇਸ਼ 'ਤੇ ਕੰਮ ਕਰਨ ਵਾਲੇ ਉਹ ਲੋਕ ਜੋ ਆਪਣੀ ਕੁਸ਼ਲਤਾ ਅਤੇ ਯੋਗਤਾ ਨਾਲ ਰਾਸ਼ਟਰੀ ਉਤਪਾਦ ਦੀ ਸਿਰਜਣਾ ਵਿੱਚ ਯੋਗਦਾਨ ਪਾਉਂਦੇ ਨੇ, ਮਨੁੱਖੀ ਸੰਸਾਧਨ ਅਖਵਾਉਂਦੇ ਨੇ। ਅਸੀਂ ਇਹਦੀ ਰਿਵੀਜ਼ਨ ਕਰ ਰਹੇ ਹਾਂ, ਇਹ ਪਹਿਲਾਂ ਵੀ ਪੜ੍ਹਿਆ ਸੀਗਾ। ਤਾਂ ਮਨੁੱਖੀ ਪੂੰਜੀ ਕੀ ਹੈ? ਮਨੁੱਖੀ ਪੂੰਜੀ ਦਾ ਨਿਰਮਾਣ ਕਿਵੇਂ ਹੁੰਦਾ ਹੈ? ਕਹਿੰਦਾ ਵਰਤਮਾਨ ਮਨੁੱਖੀ ਸੰਸਾਧਨ ਨੂੰ ਮਤਲਬ ਅਗਰ ਅਸੀਂ ਦੇਖੀਏ ਤਾਂ ਜਿਹੜੇ ਮਨੁੱਖੀ ਸੰਸਾਧਨ ਉਹ ਕਿਸੇ ਵੀ ਦੇਸ਼ ਦੇ ਜਿਹੜੇ ਹੈਗੇ ਉਹਦੀ ਉਤਪਾਦਨ ਦੇ ਵਿੱਚ ਯੋਗਦਾਨ ਪਾਉਂਦੇ ਆ। ਤਾਂ ਕਿਸੇ ਵੀ ਦੇਸ਼ 'ਤੇ ਕੰਮ ਕਰਨ ਵਾਲੇ ਉਹ ਲੋਕ ਜਿਹੜੇ ਆਪਣੀ ਵਰਤਮਾਨ ਉਤਪਾਦਨ ਕੁਸ਼ਲਤਾ ਅਤੇ ਯੋਗਤਾ ਨਾਲ ਕੁੱਲ ਰਾਸ਼ਟਰੀ ਉਤਪਾਦ ਦੀ ਸਿਰਜਣਾ ਵਿੱਚ ਅਹਿਮ ਹਿੱਸਾ ਪਾਉਂਦੇ ਨੇ, ਉਹ ਮਨੁੱਖੀ ਸੰਸਾਧਨ ਕਹਾਉਂਦੇ ਨੇ। ਜਦੋਂ ਵਰਤਮਾਨ ਮਨੁੱਖੀ ਸੰਸਾਧਨ ਨੂੰ ਹੋਰ ਜ਼ਿਆਦਾ ਸਿੱਖਿਆ ਪ੍ਰਦਾਨ ਕਰਕੇ ਅਤੇ ਚੰਗੀ ਸਿਹਤ ਰਾਹੀਂ ਵਿਕਸਿਤ ਕੀਤਾ ਜਾਂਦਾ ਹੈ ਤਾਂ ਇਸ ਨੂੰ ਮਾਨਵ ਪੂੰਜੀ ਨਿਰਮਾਣ ਕਹਿੰਦੇ ਆ। ਤਾਂ ਮਾਨਵ ਪੂੰਜੀ ਨਿਰਮਾਣ ਕੀ ਹੈ? ਜਦੋਂ ਵਰਤਮਾਨ ਮਨੁੱਖੀ ਸੰਸਾਧਨ ਨੂੰ ਹੋਰ ਜ਼ਿਆਦਾ ਸਿੱਖਿਆ ਪ੍ਰਦਾਨ ਕਰਕੇ ਅਤੇ ਚੰਗੀ ਸਿਹਤ ਰਾਹੀਂ ਵਿਕਸਿਤ ਕੀਤਾ ਜਾਂਦਾ ਹੈ ਤਾਂ ਇਸ ਨੂੰ ਮਾਨਵ ਪੂੰਜੀ ਨਿਰਮਾਣ ਕਹਿੰਦੇ ਆ। ਤਾਂ ਮਾਨਵ ਪੂੰਜੀ ਨਿਰਮਾਣ ਜਿਹੜਾ ਹੈਗਾ ਇਸ ਤਰ੍ਹਾਂ ਜਦੋਂ ਮਨੁੱਖੀ ਸੰਸਾਧਨ ਵਿੱਚ ਸਿੱਖਿਆ, ਸਿਖਲਾਈ ਅਤੇ ਸੇਵਾਵਾਂ ਦੇ ਰੂਪ ਵਿੱਚ ਨਿਵੇਸ਼ ਕੀਤਾ ਜਾਂਦਾ ਹੈ ਤਾਂ ਉਹ ਮਨੁੱਖੀ ਪੂੰਜੀ ਬਣਦੀ ਹੈ। ਇਸ ਮਨੁੱਖੀ ਪੂੰਜੀ ਇਹ ਕਿਸੇ ਵੀ ਦੇਸ਼ ਦੇ ਕੁੱਲ ਰਾਸ਼ਟਰੀ ਉਤਪਾਦ ਗ੍ਰੋਸ ਨੈਸ਼ਨਲ ਪ੍ਰੋਡਕਟ ਨੂੰ ਵਧਾਉਂਦੀ ਹੈ, ਜਿਸ ਨਾਲ ਦੇਸ਼ ਦਾ ਆਰਥਿਕ ਵਿਕਾਸ ਹੁੰਦਾ ਹੈ। ਜ਼ਿਆਦਾ ਸਿੱਖਿਆ ਅਤੇ ਬਿਹਤਰ ਸਿਖਲਾਈ ਵਾਲੇ ਲੋਕਾਂ ਵੱਲੋਂ ਕੀਤੀ ਉੱਚ ਉਤਪਾਦਕਤਾ ਦੇ ਕਾਰਨ ਮਨੁੱਖੀ ਪੂੰਜੀ ਵਿੱਚ ਨਿਵੇਸ਼ ਜ਼ਿਆਦਾ ਆਮਦਨ ਦੇ ਰੂਪ ਵਿੱਚ ਮੁਨਾਫਾ ਦਿੰਦਾ ਹੈ। ਤਾਂ ਮਨੁੱਖੀ ਪੂੰਜੀ ਦਾ ਨਿਰਮਾਣ ਜਿਹੜਾ ਹੈਗਾ ਉਹ ਅਸੀਂ ਦੇਖਿਆ
ਕਿਵੇਂ ਹੁੰਦਾ ਹੈ, ਤਾਂ ਜ਼ਿਆਦਾ ਪੜ੍ਹੀ ਲਿਖੀ ਜਾਂ ਚੰਗੀ ਸਿਹਤਮੰਦ ਜਨਸੰਖਿਆ ਦਾ ਲਾਭ ਉਹਨਾਂ ਲੋਕਾਂ ਤੱਕ ਵੀ ਪਹੁੰਚਦਾ ਹੈ ਜੋ ਆਪ ਸਿੱਧੇ ਤੌਰ 'ਤੇ ਉਹਨੇ ਪੜ੍ਹੇ ਲਿਖੇ ਨਹੀਂ ਹਨ, ਜਿਨ੍ਹਾਂ ਦੀ ਸਿਹਤ ਚੰਗੀ ਨਹੀਂ ਹੁੰਦੀ। ਤਾਂ ਮਾਨਵ ਪੂੰਜੀ ਦੇ ਵਿੱਚ ਸਾਡੇ ਕੋਲ ਡਾਕਟਰ ਆ ਗਏ, ਇੰਜੀਨੀਅਰ ਆ ਗਏ, ਅਧਿਆਪਕ ਆ ਗਏ, ਦਰਜੀ ਆ ਗਏ, ਸਾਰੇ ਦੇ ਸਾਰੇ ਮਾਨਵ ਪੂੰਜੀ ਨਿਰਮਾਣ ਦੇ ਵਿੱਚ ਯੋਗਦਾਨ ਪਾਉਂਦੇ ਆ, ਮਾਨਵ ਪੂੰਜੀ ਨਿਰਮਾਣ ਨੂੰ। ਤਾਂ ਅਸੀਂ ਇਹ ਚਿੱਤਰ ਨੂੰ ਦੇਖ ਕੇ ਆਪਣੇ ਅਧਿਆਪਕ ਨਾਲ, ਤੁਸੀਂ ਆਪਣੇ ਪੇਰੈਂਟਸ ਨਾਲ ਚਰਚਾ ਕਰ ਸਕਦੇ ਹੋ ਕਿ ਇੱਕ ਡਾਕਟਰ, ਅਧਿਆਪਕ ਤੇ ਇੰਜੀਨੀਅਰ ਅਰਥ ਵਿਵਸਥਾ ਲਈ ਕਿਵੇਂ ਜਿਹੜੇ ਹੈਗੇ ਪਰਿਸੰਪਤੀ ਨੂੰ ਉਹ, ਅਰਥਾਤ ਕਿਵੇਂ ਇੱਕ ਇੰਜੀਨੀਅਰ, ਡਾਕਟਰ ਜਾਂ ਅਧਿਆਪਕ ਲੋਕਾਂ ਦੀ ਸੇਵਾ ਕਰਦੇ ਨੇ ਜਿਹੜੇ ਉਨੇ ਪੜ੍ਹੇ ਲਿਖੇ ਨਹੀਂ ਹੁੰਦੇ। ਤਾਂ ਪੜ੍ਹੇ ਲਿਖੇ ਜ਼ਿਆਦਾ ਲੋਕ ਜਿਹੜੇ ਹੈਗੇ ਆ ਉਹ ਘੱਟ ਪੜ੍ਹੇ ਲਿਖੇ ਲੋਕਾਂ ਦੀ ਸੇਵਾ ਕਰਦੇ ਆ। ਤਾਂ ਮਨੁੱਖੀ ਪੂੰਜੀ ਬਾਕੀ ਸਾਧਨਾਂ ਜਿਵੇਂ ਕਿ ਭੂਮੀ ਅਤੇ ਭੌਤਿਕ ਪੂੰਜੀ ਜਿਹੜੀਆਂ ਕਿ ਆਪਣੇ ਆਪ ਪ੍ਰਯੋਗ ਨਹੀਂ ਕੀਤੀਆਂ ਜਾ ਸਕਦੀਆਂ, ਇਸ ਦੇ ਨਾਲੋਂ ਉੱਤਮ ਹੈ। ਤਾਂ ਮਨੁੱਖੀ ਪੂੰਜੀ ਜਿਹੜੀ ਹੈਗੀ ਹੈ ਉਹ ਉੱਤਮ ਹੈ ਬਾਕੀ ਜਿਹੜੇ ਹੈਗੇ ਸੰਸਾਧਨਾਂ ਨਾਲੋਂ। ਤਾਂ ਮਨੁੱਖੀ ਸਾਧਨ ਹੀ ਭੂਮੀ ਅਤੇ ਭੌਤਿਕ ਪੂੰਜੀ ਦਾ ਪ੍ਰਯੋਗ ਕਰ ਸਕਦਾ ਹੈ। ਇਸ ਕਰਕੇ ਜ਼ਿਆਦਾ ਜਨਸੰਖਿਆ ਜ਼ਿੰਮੇਵਾਰੀ ਨਹੀਂ ਹੈਗੀ। ਮਨੁੱਖੀ ਪੂੰਜੀ ਦੇ ਵਿੱਚ ਨਿਵੇਸ਼ ਕਰਕੇ ਜ਼ਿਆਦਾ ਜਨਸੰਖਿਆ ਨੂੰ ਇੱਕ ਉਤਪਾਦਕ ਪਰਿਸੰਪਤੀ ਵਿੱਚ ਬਦਲਿਆ ਜਾ ਸਕਦਾ ਹੈ, ਜਿਵੇਂ ਕਿ ਮਨੁੱਖੀ ਸਾਧਨਾਂ ਨੂੰ ਸਿੱਖਿਆ ਅਤੇ ਸਿਹਤ ਸੇਵਾਵਾਂ ਪ੍ਰਦਾਨ ਕਰਕੇ ਉਦਯੋਗ ਅਤੇ ਖੇਤੀਬਾੜੀ ਦੇ ਮਜ਼ਦੂਰਾਂ ਨੂੰ ਆਧੁਨਿਕ ਤਕਨੀਕਾਂ ਦੇ ਪ੍ਰਯੋਗ ਦੀ ਸਿਖਲਾਈ ਦੇਣ ਦੇ ਨਾਲ ਅਸੀਂ ਇਹਦੇ ਖਰਚ ਕਰਕੇ ਵੱਧ ਉਤਪਾਦਨ ਨਾਲ ਜਿਹੜਾ ਹੈਗਾ ਦੇਸ਼ ਦਾ ਵੱਧ ਵਿਕਾਸ ਉਸ ਦੇ ਨਾਲ ਕੀਤਾ ਜਾ ਸਕਦਾ। ਤਾਂ ਪਿਆਰੇ ਬੱਚੋ, ਅਸੀਂ ਇੱਕ ਕਹਾਣੀ ਲਈ ਸੀਗੀ, ਇੱਕ ਕਹਾਣੀ ਪੜ੍ਹੀ ਸੀਗੀ, ਇੱਕ ਉਦਾਹਰਨ ਲਈ ਸੀ। ਤਾਂ ਉਸ ਉਦਾਹਰਨ ਦੇ ਵਿੱਚ ਅਸੀਂ ਗੱਲ ਕੀਤੀ ਸੀਗੀ ਮਨਦੀਪ ਅਤੇ ਗੁਰਪ੍ਰੀਤ ਦੀ। ਤਾਂ ਮਨਦੀਪ ਅਤੇ ਗੁਰਪ੍ਰੀਤ ਇੱਕ ਪਿੰਡ 'ਚ ਰਹਿੰਦੇ ਨੇ। ਮਨਦੀਪ ਦੇ ਪਿਤਾ ਚੌਧਰੀ ਸੰਤ ਸਿੰਘ ਦੇ ਖੇਤਾਂ 'ਚ ਕੰਮ ਕਰਦੇ ਨੇ, ਤਾਂ ਉਸ ਦੀ ਮਾਤਾ ਘਰ ਦਾ ਕੰਮਕਾਜ ਦੇਖਦੀ ਹੈ ਅਤੇ ਮਨਦੀਪ ਤੇ ਉਸ ਦੀ ਛੋਟੀ ਭੈਣ ਹਰਪ੍ਰੀਤ ਦਾ ਧਿਆਨ ਵੀ ਰੱਖਦੀ ਹੈ। ਤਾਂ ਮਨਦੀਪ ਤੇ ਗੁਰਪ੍ਰੀਤ ਦੀ ਕਹਾਣੀ ਹੈ। ਤਾਂ ਜਿਹੜੇ ਹੈਗੇ ਅੱਗੇ ਮਨਦੀਪ ਦੇ ਮਾਤਾ ਪਿਤਾ ਚਾਹੁੰਦੇ ਨੇ ਕਿ ਉਹ ਉੱਚ ਸਿੱਖਿਆ ਪ੍ਰਾਪਤ ਕਰੇ ਅਤੇ ਕੋਈ ਰੁਜ਼ਗਾਰ ਸ਼ੁਰੂ ਕਰੇ। ਤਾਂ ਮਨਦੀਪ ਦੇ ਮਾਤਾ ਪਿਤਾ ਚਾਹੁੰਦੇ ਆ ਕਿ ਉਹ ਉੱਚ ਸਿੱਖਿਆ ਪ੍ਰਾਪਤ ਕਰੇ ਅਤੇ ਕੋਈ ਰੁਜ਼ਗਾਰ ਪ੍ਰਾਪਤ ਕਰੇ। ਉਹਨਾਂ ਨੇ ਉਸ ਨੂੰ ਪਿੰਡ ਦੇ ਜਿਹੜਾ ਵਧੀਆ ਸਕੂਲ ਹੈ, ਤਾਂ ਉਸ ਨੂੰ ਪਿੰਡ ਦੇ ਸਕੂਲ ਦੇ ਵਿੱਚ ਉਹਨੂੰ ਸੈਕੰਡਰੀ ਸਕੂਲ 'ਚ ਦਾਖਲ ਕਰਵਾਇਆ। ਹੁਸ਼ਿਆਰ ਹੋਣ ਕਾਰਨ ਮਨਦੀਪ ਨੇ ਸੀਨੀਅਰ ਸੈਕੰਡਰੀ ਸਿੱਖਿਆ ਚੰਗੇ ਅੰਕਾਂ ਨਾਲ ਪਾਸ ਕਰ ਲਈ ਹੈ ਅਤੇ ਉਹ ਪਾਸ ਕਰਨ ਤੋਂ ਬਾਅਦ ਉਸਨੇ ਆਪਣੀ ਭੈਣ ਨੂੰ ਵੀ ਸਕੂਲ ਵਿੱਚ ਦਾਖਲ ਕਰਵਾਇਆ ਹੈ। ਅਤੇ ਉਸ ਤੋਂ ਬਾਅਦ ਮਨਦੀਪ ਦੇ ਘਰ ਦੀ ਆਰਥਿਕ ਹਾਲਤ ਚੰਗੀ ਨਾ ਹੋਣ ਕਰਕੇ ਉਸਦੇ ਪਿਤਾ ਨੇ ਉਸਨੂੰ 1 ਸਾਲ ਦਾ ਕਿੱਤਾ ਮੁਖੀ ਕੰਪਿਊਟਰ ਕੋਰਸ ਕਰਵਾਉਣ ਲਈ ਕਰਜ਼ਾ ਲਿਆ। ਤਾਂ ਕੋਰਸ ਖਤਮ ਕਰਨ ਤੋਂ ਬਾਅਦ ਮਨਦੀਪ ਨੂੰ ਇੱਕ ਨਿੱਜੀ ਕੰਪਨੀ ਵਿੱਚ ਚੰਗੀ ਨੌਕਰੀ ਮਿਲੀ ਅਤੇ ਉਸਨੇ ਆਪਣੀ ਤਨਖਾਹ ਵਿੱਚੋਂ ਪਿਤਾ ਦੁਆਰਾ ਆਪਣੀ ਪੜ੍ਹਾਈ ਲਈ ਜਿਹੜਾ ਕਰਜ਼ਾ ਲਿੱਤਾ ਸੀਗਾ ਉਹ ਵੀ ਮੋੜ ਦਿੱਤਾ। ਤਾਂ ਉਸਨੇ ਤਨਖਾਹ ਦੇ ਵਿੱਚੋਂ ਕਰਜ਼ਾ ਵੀ ਮੋੜ ਦਿੱਤਾ ਅਤੇ ਉਸਨੇ ਆਪਣੀ ਭੈਣ ਨੂੰ ਉਚੇਰੀ ਸਿੱਖਿਆ ਲਈ ਪ੍ਰੇਰਿਤ ਕੀਤਾ ਅਤੇ ਡਾਕਟਰ ਬਣਨ ਦੀ ਲੋੜੀਂਦੀ ਪੜ੍ਹਾਈ ਜਿਹੜੀ ਸੀਗੀ ਉਹਦੇ ਸੰਬੰਧੀ ਵੀ ਵਿੱਤੀ ਸਹਾਇਤਾ ਦਿੱਤੀ। ਤਾਂ ਇਹ ਗੱਲ ਹੈ ਮਨਦੀਪ ਦੀ। ਮਨਦੀਪ ਤੋਂ ਬਾਅਦ ਅਸੀਂ ਉਦਾਹਰਨ ਲਈ ਸੀ ਗੁਰਪ੍ਰੀਤ ਦੀ। ਤਾਂ ਗੁਰਪ੍ਰੀਤ ਦੇ ਪਿਤਾ ਵੀ ਇੱਕ ਖੇਤ ਮਜ਼ਦੂਰ ਨੇ, ਪਰ ਜਦੋਂ ਗੁਰਪ੍ਰੀਤ 4 ਸਾਲ ਦਾ ਸੀ ਤਾਂ ਉਸਦੇ ਪਿਤਾ ਗੁਜ਼ਰ ਗਏ। ਤਾਂ ਪਿਤਾ ਦੀ ਮੌਤ ਤੋਂ ਬਾਅਦ ਘਰ ਦਾ ਗੁਜ਼ਾਰਾ ਚਲਾਉਣ ਲਈ ਉਸਦੀ ਮਾਤਾ ਨੇ ਖੇਤਾਂ ਵਿੱਚ ਕੰਮ ਕਰਨਾ ਸ਼ੁਰੂ ਕਰਤਾ। ਤਾਂ ਮਾਤਾ ਖੇਤਾਂ 'ਚ ਕੰਮ ਕਰਦੇ ਸੀਗੇ। ਗੁਰਪ੍ਰੀਤ ਆਪਣੇ ਘਰ ਦੇ ਕੰਮ ਅਤੇ ਆਪਣੀ ਛੋਟੇ ਭਰਾ ਜੀਤੂ ਦੀ ਦੇਖ ਰੇਖ ਕਰਕੇ ਆਪਣੀ ਮਾਤਾ ਦੀ ਸਹਾਇਤਾ ਕਰਦਾ। ਤਾਂ ਅਜਿਹੇ ਹਾਲਾਤ ਤੇ ਗਰੀਬ ਹੋਣ ਕਰਕੇ ਉਹ ਕਦੇ ਵੀ ਸਕੂਲ ਨਹੀਂ ਜਾ ਸਕਿਆ। ਤਾਂ ਉਹ ਮਾਤਾ ਦੀ ਹੈਲਪ ਕਰਦਾ ਸੀਗਾ, ਸਕੂਲ ਨਹੀਂ ਜਾ ਸਕਿਆ। ਪੌਸ਼ਟਿਕ ਭੋਜਨ ਉਹਨੂੰ ਘੱਟ ਮਿਲਦਾ ਸੀਗਾ। ਪੌਸ਼ਟਿਕ ਭੋਜਨ ਘੱਟ ਮਿਲਣ ਕਰਕੇ ਉਸਦੀ ਸਿਹਤ ਵੀ ਤੰਦਰੁਸਤ ਨਹੀਂ ਰਹਿੰਦੀ। ਅਤੇ ਉਸਦੇ ਮਾਤਾ ਬਿਮਾਰ ਨੇ ਅਤੇ ਪਰਿਵਾਰ ਵਿੱਚ ਉਹਨਾਂ ਦੀ ਦੇਖਭਾਲ ਕਰਨ ਵਾਲਾ ਅਤੇ ਸਹਾਇਤਾ ਕਰਨ ਵਾਲਾ ਹੋਰ ਕੋਈ ਨਹੀਂ ਹੈਗਾ। ਡਾਕਟਰੀ ਸਹਾਇਤਾ ਦੀ ਕਮੀ ਕਰਕੇ ਉਸਦੇ ਮਾਤਾ ਜੀ ਦੀ ਵੀ ਮੌਤ ਹੋ ਗਈ ਅਤੇ ਜਿਸ ਕਰਕੇ ਗੁਰਪ੍ਰੀਤ ਨੂੰ ਆਪਣੀ ਜੀਵਿਕਾ ਕਮਾਉਣ ਲਈ ਖੁਦ ਨੂੰ ਖੇਤਾਂ ਵਿੱਚ ਕੰਮ ਕਰਨਾ ਪਿਆ। ਤਾਂ ਇਸ ਪ੍ਰਕਾਰ ਇਹਨਾਂ ਦੋਹਾਂ ਹਾਲਾਤਾਂ ਵਿੱਚ ਅਸੀਂ ਦੇਖਿਆ ਕਿ ਮਨਦੀਪ ਨੂੰ ਚੰਗੀ ਸਿੱਖਿਆ ਮਿਲੀ। ਮਨਦੀਪ ਜਿਹੜਾ ਹੈਗਾ ਉਸ ਨੂੰ ਚੰਗੀ ਸਿੱਖਿਆ ਮਿਲੀ। ਤਾਂ ਮਨਦੀਪ ਸਰੀਰਕ ਪੱਖੋਂ ਤਕੜਾ ਅਤੇ ਸਿਹਤਮੰਦ ਹੈ, ਪਰੰਤੂ ਗੁਰਪ੍ਰੀਤ ਦੀ ਸਿਹਤ ਚੰਗੀ ਨਹੀਂ ਰਹਿੰਦੀ। ਕਿੱਤਾ ਮੁਖੀ ਕੰਪਿਊਟਰ ਕੋਰਸ ਨੇ ਮਨਦੀਪ ਨੂੰ ਚੰਗੀ ਆਮਦਨ ਕਮਾਉਣ ਵਿੱਚ ਸਹਾਇਤਾ ਦਿੱਤੀ, ਜਦੋਂ ਕਿ ਗੁਰਪ੍ਰੀਤ ਨੇ ਖੇਤਾਂ ਵਿੱਚ ਕੰਮ ਕਰਕੇ ਘੱਟ ਆਮਦਨ ਕਮਾਈ। ਸਿੱਖਿਆ ਨੇ ਮਨਦੀਪ ਦੀ ਕਿਰਤ ਦੀ ਗੁਣਵੱਤਾ ਅਤੇ ਉਸਦੀ ਕੁੱਲ ਉਤਪਾਦਕਤਾ ਨੂੰ ਵੀ ਵਧਾਇਆ। ਵਧੀ ਕੁੱਲ ਉਤਪਾਦਕਤਾ ਨੇ ਅਰਥ ਵਿਵਸਥਾ ਦੇ ਵਾਧੇ ਵਿੱਚ ਹਿੱਸਾ ਪਾਇਆ। ਬਦਲੇ ਵਿੱਚ ਮਨਦੀਪ ਨੂੰ ਚੰਗੀ ਤਨਖਾਹ ਮਿਲੀ। ਤਾਂ ਮਨਦੀਪ ਨੂੰ ਬਦਲੇ 'ਚ ਚੰਗੀ ਤਨਖਾਹ ਮਿਲੀ, ਪਰੰਤੂ ਅਸਿੱਖਿਅਤ ਗੁਰਪ੍ਰੀਤ ਆਪਣੇ ਮਾਤਾ ਦੀ ਤਰ੍ਹਾਂ ਹੀ ਜਿਹੜਾ ਹੈਗਾ ਅਕੁਸ਼ਲ ਮਜ਼ਦੂਰੀ ਦਾ ਵੇਤਨ ਪ੍ਰਾਪਤ ਕਰਦਾ ਸੀ, ਇਸ ਲਈ ਉਹ ਆਪਣੇ ਜੀਵਨ ਦੌਰਾਨ ਵਧੇਰੇ ਕਮਾਈ ਨਹੀਂ ਕਰ ਸਕਿਆ। ਤਾਂ ਮਨਦੀਪ ਪੜ੍ਹਿਆ ਲਿਖਿਆ ਹੋਣ ਕਰਕੇ ਉਸਦਾ ਵਿਆਹ ਵੀ ਪੜ੍ਹੀ ਲਿਖੀ ਕੁੜੀ ਨਾਲ ਹੋਇਆ ਅਤੇ ਉਹਨਾਂ ਦੋਨਾਂ ਨੇ ਆਪਣੇ ਬੱਚਿਆਂ ਦੀ ਸਿੱਖਿਆ ਅਤੇ ਸਿਹਤ ਸੰਬੰਧੀ ਜ਼ਰੂਰਤਾਂ ਦਾ ਵੀ ਧਿਆਨ ਰੱਖਿਆ। ਇਸ ਪ੍ਰਕਾਰ ਪੜ੍ਹੇ ਲਿਖੇ ਮਾਂ ਬਾਪ ਆਪਣੇ ਬੱਚਿਆਂ ਦੀ ਸਿੱਖਿਆ ਅਤੇ ਸਿਹਤ ਉੱਤੇ ਜ਼ਿਆਦਾ ਨਿਵੇਸ਼ ਕਰਦੇ ਹਨ,
ਕਿਉਂਕਿ ਉਹਨਾਂ ਨੂੰ ਸਿੱਖਿਆ ਤੇ ਚੰਗੀ ਸਿਹਤ ਦੀ ਮਹੱਤਤਾ ਬਾਰੇ ਜਾਣਕਾਰੀ ਹੁੰਦੀ ਹੈ। ਪਰ ਜਿਹੜੇ ਮਾਂ-ਬਾਪ ਘੱਟ ਪੜ੍ਹੇ ਲਿਖੇ ਨੇ ਉਹ ਪੜ੍ਹਾਈ ਵੱਲ ਤੇ ਚੰਗੀ ਸਿਹਤ ਤੋਂ ਵੀ ਵਾਂਝੇ ਰਹਿ ਜਾਂਦੇ ਨੇ, ਨਾ ਉਹ ਆਪਣੇ ਬੱਚਿਆਂ ਦਾ ਖਿਆਲ ਰੱਖ ਪਾਉਂਦੇ ਆ, ਤਾਂ ਉਹ ਆਪਣੀਆਂ ਮਜਬੂਰੀਆਂ ਕਾਰਨ ਵੀ ਪੜ੍ਹੇ ਲਿਖੇ ਮਾਪਿਆਂ ਦੇ ਮੁਕਾਬਲੇ ਆਪਣੇ ਬੱਚਿਆਂ ਨੂੰ ਵੀ ਇਸ ਪਾਸੇ ਪ੍ਰੇਰਿਤ ਨਹੀਂ ਕਰਦੇ। ਇਸ ਤਰ੍ਹਾਂ ਮਨੁੱਖੀ ਸੰਸਾਧਨਾਂ ਵਿੱਚ ਸਿੱਖਿਆ ਅਤੇ ਸਿਹਤ ਸੇਵਾਵਾਂ ਦੇ ਰੂਪ ਵਿੱਚ ਕੀਤਾ ਗਿਆ ਨਿਵੇਸ਼ ਭਵਿੱਖ ਵਿੱਚ ਉੱਚ ਆਮਦਨ ਦੇ ਰੂਪ ਵਿੱਚ ਵੱਧ ਮੁਨਾਫਾ ਦੇ ਸਕਦਾ ਹੈ। ਤਾਂ ਦੂਜੇ ਵਿਸ਼ਵ ਯੁੱਧ ਦੀ ਤਬਾਹੀ ਤੋਂ ਬਾਅਦ ਜਰਮਨੀ ਅਤੇ ਜਾਪਾਨ ਜਿਹੇ ਦੇਸ਼ਾਂ ਨੇ ਤੇਜ਼ੀ ਨਾਲ ਜਿਹੜਾ ਸੀਗਾ ਆਰਥਿਕ ਵਿਕਾਸ ਕੀਤਾ, ਕਿਉਂਕਿ ਉਹਨਾਂ ਨੇ ਮਨੁੱਖੀ ਸੰਸਾਧਨਾਂ ਸੰਬੰਧੀ ਵਿਸ਼ੇਸ਼ ਰੂਪ ਵਿੱਚ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਨਿਵੇਸ਼ ਕੀਤਾ। ਸਾਰੀ ਇਨਵੈਸਟਮੈਂਟ ਉਹਨਾਂ ਨੇ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਕੀਤੀ। ਤਾਂ ਸਿੱਖਿਅਤ ਅਤੇ ਸਿਹਤਮੰਦ ਲੋਕਾਂ ਨੇ ਭੂਮੀ ਅਤੇ ਪੂੰਜੀ ਦਾ ਕੁਸ਼ਲਤਾ ਨਾਲ ਪ੍ਰਯੋਗ ਕਰਕੇ ਇਹਨਾਂ ਦੇਸ਼ਾਂ ਨੂੰ ਧਨੀ ਬਣਾਇਆ ਤੇ ਵਿਕਸਿਤ ਬਣਾਇਆ। ਤੇ ਇਸ ਦੇ ਉਲਟ ਭਾਰਤ ਹੋ ਗਿਆ, ਬੰਗਲਾਦੇਸ਼, ਪਾਕਿਸਤਾਨ ਆਦਿ ਜਿਹੜੇ ਦੇਸ਼ ਨੇ ਬਹੁਤ ਜ਼ਿਆਦਾ ਅਨਪੜ੍ਹ, ਰੋਗੀ ਅਤੇ ਅਕੁਸ਼ਲ ਜਨਸੰਖਿਆ ਕਰਕੇ ਘੱਟ ਵਿਕਸਿਤ ਰਹੇ। ਇਸ ਤਰ੍ਹਾਂ ਇੱਕ ਦੇਸ਼ ਦੀ ਤਕਨੀਕੀ ਜਿਹੜੀ ਤੌਰ 'ਤੇ ਕੁਸ਼ਲ ਜਨਸੰਖਿਆ ਹੈ ਉਹ ਦੇਸ਼ ਨੂੰ ਧਨੀ ਅਤੇ ਵਿਕਸਿਤ ਬਣਾ ਦਿੰਦੀ ਹੈ। ਤਾਂ ਅਸੀਂ ਅੱਗੇ ਰਿਵੀਜ਼ਨ ਕਰਾਂਗੇ ਮਨੁੱਖੀ ਸਾਧਨਾਂ ਵਿੱਚ ਨਿਵੇਸ਼ ਦੇ ਜਿਹੜੇ ਫਾਇਦੇ ਨੇ। ਤਾਂ ਇਹਦੇ ਵਿੱਚ ਕੀ ਹੈ ਕਿ ਸਿੱਖਿਆ ਅਤੇ ਮੈਡੀਕਲ ਦੇ ਰੂਪ ਵਿੱਚ ਮਨੁੱਖੀ ਸਰੋਤਾਂ ਵਿੱਚ ਨਿਵੇਸ਼ ਕੀਤਾ ਜਾ ਸਕਦਾ ਹੈ। ਤਾਂ ਵਧੀਆ ਦੇਖਭਾਲ ਭਵਿੱਖ ਵਿੱਚ ਵਧੇਰੇ ਕਮਾਈ ਦੇ ਰੂਪ ਵਿੱਚ ਵਾਪਸੀ ਦੀਆਂ ਉੱਚ ਦਰਾਂ ਦੇ ਸਕਦੀ ਹੈ, ਤਾਂ ਸਮਾਜ ਵਿੱਚ ਵਧੇਰੇ ਯੋਗਦਾਨ ਉਹ ਲੋਕ ਪਾ ਸਕਦੇ ਨੇ। ਤਾਂ ਅੱਗੇ ਅਸੀਂ ਗੱਲ ਕਰਾਂਗੇ ਜਿਹੜਾ ਸਾਡਾ ਅਗਲਾ ਟੌਪਿਕ ਹੈ, ਦੁਹਰਾਵਾਂਗੇ ਮਨੁੱਖੀ ਸਰੋਤਾਂ ਦੁਆਰਾ ਕੀਤੀਆਂ ਗਤੀਵਿਧੀਆਂ, ਜਿਹਦੇ ਵਿੱਚ ਆਰਥਿਕ ਕਿਰਿਆਵਾਂ ਅਤੇ ਗੈਰ ਆਰਥਿਕ ਕਿਰਿਆਵਾਂ ਸ਼ਾਮਲ ਨੇ। ਤਾਂ ਉਹ ਸਾਰੀਆਂ ਗਤੀਵਿਧੀਆਂ ਜੋ ਕਿ ਮਨੁੱਖ ਦੁਆਰਾ ਧਨ ਕਮਾਉਣ ਲਈ ਕੀਤੀਆਂ ਜਾਂਦੀਆਂ ਨੇ ਉਹਨਾਂ ਨੂੰ ਆਰਥਿਕ ਕਿਰਿਆਵਾਂ ਕਹਿੰਦੇ ਨੇ। ਮਨਦੀਪ ਅਤੇ ਗੁਰਪ੍ਰੀਤ ਦੇ ਜੀਵਨ ਦੀਆਂ ਜਿਹੜੀਆਂ ਸਥਿਤੀਆਂ ਨੇ ਉਹਦੇ 'ਚ ਆਰਥਿਕ ਕਿਰਿਆਵਾਂ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਦੇਖੀਆਂ ਨੇ, ਜਿਵੇਂ ਗੁਰਪ੍ਰੀਤ ਦਾ ਖੇਤਾਂ 'ਚ ਕੰਮ ਕਰਨਾ, ਮਨਦੀਪ ਦੁਆਰਾ ਨਿੱਜੀ ਕੰਪਨੀ ਵਿੱਚ ਨੌਕਰੀ ਕਰਨਾ, ਇਹ ਆਰਥਿਕ ਗਤੀਵਿਧੀ ਹੈ। ਇੱਕ ਅਧਿਆਪਕ ਵੱਲੋਂ ਸਕੂਲ ਵਿੱਚ ਪੜ੍ਹਾਉਣਾ ਤੇ ਆਰਥਿਕ ਗਤੀਵਿਧੀ ਹੈ। ਇਸ ਤਰੀਕੇ ਨਾਲ ਮਨੁੱਖ ਦੁਆਰਾ ਬਹੁਤ ਸਾਰੀਆਂ ਆਰਥਿਕ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ ਜਿਹੜੀਆਂ ਕਿ ਰਾਸ਼ਟਰੀ ਆਮਦਨ ਵਿੱਚ ਵਾਧਾ ਕਰਦੀਆਂ ਹਨ। ਤਾਂ ਸਾਰੀਆਂ ਆਰਥਿਕ ਕਿਰਿਆਵਾਂ ਅਰਥ ਵਿਵਸਥਾ ਵਿੱਚ ਵਸਤੂਆਂ ਅਤੇ ਸੇਵਾਵਾਂ ਦੇ ਪ੍ਰਵਾਹ ਵਿੱਚ ਹਿੱਸਾ ਲੈਂਦੀਆਂ ਹਨ। ਤਾਂ ਆਰਥਿਕ ਕਿਰਿਆਵਾਂ ਦੇ 3 ਮੁੱਖ ਖੇਤਰਾਂ ਦੇ ਵਿੱਚ ਇਹਨਾਂ ਨੂੰ ਵੰਡਿਆ ਗਿਆ ਹੈ। ਤਾਂ ਇਹ 3 ਮੁੱਖ ਖੇਤਰ ਜਿਹੜੇ ਹੈਗੇ ਉਹਦੇ 'ਚ ਮੁੱਢਲਾ ਖੇਤਰ, ਗੌਣ ਖੇਤਰ ਅਤੇ ਸੇਵਾ ਖੇਤਰ ਅਸੀਂ ਪੜ੍ਹੇ ਸੀਗੇ। ਤਾਂ ਇਹਨਾਂ ਖੇਤਰਾਂ ਦੀ ਗੱਲ ਕੀਤੀ ਸੀ। ਤਾਂ ਮੁੱਢਲੇ ਖੇਤਰ ਦੇ ਵਿੱਚ ਕੀ ਆ ਗਿਆ ਕਿ ਉਹ ਸੈਕਟਰ ਹੁੰਦਾ ਜੋ ਕਿ ਕੁਦਰਤੀ ਸਰੋਤਾਂ ਦੀ ਵਰਤੋਂ ਕਰਕੇ ਚੀਜ਼ਾਂ ਦਾ ਉਤਪਾਦਨ ਕਰਦਾ ਹੈ। ਤਾਂ ਮੁੱਢਲਾ ਖੇਤਰ ਜਿਹੜਾ ਹੈਗਾ ਜਿਸ ਖੇਤਰ ਵਿੱਚ ਕੁਦਰਤੀ ਸਾਧਨਾਂ ਦੀ ਵਰਤੋਂ ਕਰਕੇ ਉਤਪਾਦਨ ਕੀਤਾ ਜਾਂਦਾ ਹੈ ਉਸ ਨੂੰ ਮੁੱਢਲਾ ਖੇਤਰ ਕਹਿੰਦੇ ਨੇ। ਉਦਾਹਰਨ ਦੇ ਤੌਰ 'ਤੇ ਖੇਤੀਬਾੜੀ ਹੋ ਗਿਆ, ਪਸ਼ੂ ਪਾਲਣਾ ਹੋ ਗਿਆ, ਡੇਅਰੀ ਫਾਰਮਿੰਗ ਹੋ ਗਿਆ, ਮੁਰਗੀਆਂ ਪਾਲਣਾ ਹੋ ਗਿਆ, ਮੱਛੀ ਪਾਲਣਾ, ਖਾਨਾਂ ਦੇ ਵਿੱਚ ਕੰਮ ਕਰਨਾ, ਵਣ ਵਿਗਿਆਨ ਹੋ ਗਿਆ, ਚਾਰਾਗਾਹ ਜਿਹੜੀਆਂ ਹੈਗੀਆਂ ਜਾਂ ਸ਼ਿਕਾਰ ਕਰਨਾ, ਇਹ ਸਾਰੇ ਦੇ ਸਾਰੇ ਇਹ ਮੁੱਢਲੇ ਖੇਤਰ ਨੇ। ਅੱਗੇ ਇਸ ਤੋਂ ਬਾਅਦ ਅਸੀਂ ਰਿਵਾਈਜ਼ ਕਰਦੇ ਹਾਂ ਗੌਣ ਖੇਤਰ ਦੀ। ਤਾਂ ਗੌਣ ਖੇਤਰ ਦੇ ਵਿੱਚ ਇਸ ਖੇਤਰ 'ਚ ਉਹ ਕਿਰਿਆਵਾਂ ਆਉਂਦੀਆਂ ਜਿਹੜੀਆਂ ਪ੍ਰਾਇਮਰੀ ਖੇਤਰ ਦੇ ਉਤਪਾਦਨ ਨੂੰ ਕੱਚੇ ਮਾਲ ਦੀ ਤਰ੍ਹਾਂ ਪ੍ਰਯੋਗ ਕਰਕੇ ਅੰਤਿਮ ਵਸਤੂਆਂ ਦਾ ਉਤਪਾਦਨ ਕਰਦੀਆਂ ਨੇ। ਤਾਂ ਅੰਤਿਮ ਵਸਤੂਆਂ ਜਿਹੜੀਆਂ ਹੈਗੀਆਂ ਉਹਨਾਂ ਦਾ ਉਤਪਾਦਨ ਹੁੰਦਾ, ਜਿਵੇਂ ਕਿ ਗੰਨੇ ਤੋਂ ਗੁੜ ਬਣਾਉਣਾ, ਕਪਾਹ ਤੋਂ ਕੱਪੜਾ ਬਣਾਉਣਾ, ਇਹ ਸਾਡੇ ਗੌਣ ਖੇਤਰ ਆ ਗਏ। ਕੱਚੇ ਮਾਲ ਦੇ ਤੌਰ 'ਤੇ ਸੈਕਟਰ ਜਿਹੜਾ ਉਦਾਹਰਨ ਦੇ ਲਈ ਗੁੜ ਤੋਂ ਉਤਪਾਦਨ, ਗੁੜ ਤੋਂ ਗੰਨਾ ਬਣਾਉਣਾ ਜਿਹੜਾ ਹੈਗਾ ਇਹ ਗੌਣ ਖੇਤਰ ਆ ਗਿਆ। ਅੱਗੇ ਆ ਗਿਆ ਸੇਵਾਵਾਂ। ਤਾਂ ਇਸ ਖੇਤਰ ਵਿੱਚ ਉਹ ਸੇਵਾਵਾਂ ਅਤੇ ਕਿੱਤੇ ਆਉਂਦੇ ਨੇ ਜਿਹੜੇ ਕਿ ਮੁੱਢਲੇ ਅਤੇ ਗੌਣ ਖੇਤਰ ਦੀਆਂ ਕਿਰਿਆਵਾਂ ਦੀ ਸਹਾਇਤਾ ਲਈ ਜ਼ਰੂਰੀ ਨੇ, ਜਿਵੇਂ ਕਿ ਵਪਾਰ ਆ ਗਿਆ, ਆਵਾਜਾਈ ਆ ਗਿਆ, ਸੰਚਾਰ ਆ ਗਿਆ, ਬੈਂਕਿੰਗ ਆ ਗਿਆ, ਬੀਮਾ ਯੋਜਨਾਵਾਂ ਆ ਗਈਆਂ, ਸਿਹਤ ਆ ਗਿਆ, ਸਿੱਖਿਆ ਦਾ ਖੇਤਰ ਆ ਗਿਆ, ਸੈਰ ਸਪਾਟਾ ਆ ਗਿਆ। ਤਾਂ ਇਸ ਖੇਤਰ ਦੀਆਂ ਕਿਰਿਆਵਾਂ ਵਸਤੂਆਂ ਦੇ ਉਤਪਾਦਨ ਵਿੱਚ ਬਹੁਤ ਜ਼ਿਆਦਾ ਸਹਾਇਤਾ ਕਰਦੀਆਂ ਹਨ। ਤਾਂ ਇਹ ਸੀ ਸਾਡੇ ਮੁੱਢਲਾ ਖੇਤਰ, ਗੌਣ ਖੇਤਰ ਅਤੇ ਸੇਵਾ ਖੇਤਰ। ਅੱਗੇ ਅਸੀਂ ਗੱਲ ਕਰਾਂਗੇ ਗੈਰ ਆਰਥਿਕ ਕਿਰਿਆਵਾਂ ਦੀ। ਤਾਂ ਗੈਰ ਆਰਥਿਕ ਕਿਰਿਆਵਾਂ ਦੇ ਵਿੱਚ ਸਾਡੇ ਕੋਲ ਜਿਹੜਾ ਮਨੁੱਖੀ ਸਰੋਤਾਂ ਦੁਆਰਾ ਕੀਤੀਆਂ ਗਤੀਵਿਧੀਆਂ ਦੇ ਵਿੱਚ ਗੈਰ ਆਰਥਿਕ ਕਿਰਿਆਵਾਂ ਨੂੰ ਉਹ ਕਿਰਿਆਵਾਂ ਜਿਨ੍ਹਾਂ ਦੇ ਕਰਨ ਨਾਲ ਆਮਦਨ ਪ੍ਰਾਪਤ ਨਹੀਂ ਹੁੰਦੀ, ਗੈਰ ਆਰਥਿਕ ਕਿਰਿਆਵਾਂ ਕਹਾਉਂਦੀਆਂ ਹਨ। ਇਹ ਕਿਰਿਆਵਾਂ ਅਰਥ ਵਿਵਸਥਾ ਵਿੱਚ ਵਸਤੂਆਂ ਅਤੇ ਸੇਵਾਵਾਂ ਦੇ ਪ੍ਰਵਾਹ ਵਿੱਚ ਹਿੱਸਾ ਨਹੀਂ ਪਾਉਂਦੀਆਂ, ਜਿਵੇਂ ਅਧਿਆਪਕ ਵੱਲੋਂ ਆਪਣੇ ਬੱਚੇ ਨੂੰ ਘਰ ਵਿੱਚ ਪੜ੍ਹਾਉਣਾ, ਡਾਕਟਰ ਵੱਲੋਂ ਆਪਣੇ ਬੇਟੇ ਦਾ ਇਲਾਜ ਕਰਨਾ, ਗ੍ਰਹਿਣੀ ਵੱਲੋਂ ਆਪਣੇ ਕੱਪੜੇ ਆਪ ਸਿਉਣੇ, ਔਰਤਾਂ ਵੱਲੋਂ ਆਪਣੇ ਘਰਾਂ ਦਾ ਕੰਮ ਕਰਨਾ, ਜਿਹੜੀ ਹੈਗੀਆਂ ਇਹ ਗੈਰ ਆਰਥਿਕ ਕਿਰਿਆਵਾਂ ਹਨ ਜਿਹਦੇ ਵਿੱਚ ਪੈਸੇ ਦਾ ਲਾਲਚ ਨਹੀਂ ਹੁੰਦਾ ਜਾਂ ਪੈਸਾ ਨਹੀਂ ਕਮਾਇਆ ਜਾਂਦਾ। ਤਾਂ ਇਹ ਸੀ ਸਾਡੀਆਂ ਜਿਹੜੀਆਂ ਆਰਥਿਕ ਅਤੇ ਗੈਰ ਆਰਥਿਕ ਕਿਰਿਆਵਾਂ। ਤਾਂ ਇਹ ਅਸੀਂ ਪਾਠ ਦੇ ਵਿੱਚ ਪੜ੍ਹਿਆ ਸੀਗਾ। ਤਾਂ ਇਹ ਆਰਥਿਕ ਕਿਰਿਆਵਾਂ ਅਤੇ ਗੈਰ ਆਰਥਿਕ ਕਿਰਿਆਵਾਂ। ਆਰਥਿਕ ਕਿਰਿਆ ਦੇ ਵਿੱਚ ਟੀਚਰ ਪੜ੍ਹਾਉਂਦਾ ਹੈ, ਪੈਸੇ ਕਮਾਉਂਦਾ ਹੈ, ਅਤੇ ਗੈਰ ਆਰਥਿਕ ਕਿਰਿਆ ਜਿਹੜੀ ਹੈਗੀ ਹੈ ਉਹਦੇ ਵਿੱਚ ਅਗਰ ਮਦਰ ਆਪਣੇ ਬੱਚੇ ਨੂੰ ਪੜ੍ਹਾਉਂਦੀ ਹੈ ਤਾਂ ਉਹ ਮੰਮੀ ਆਪਣਾ ਜਿਹੜਾ ਹੈਗਾ ਬੱਚਾ
ਉਹਨੂੰ ਪੈਸੇ ਦੇ ਲਾਲਚ ਲਈ ਨਹੀਂ ਪੜ੍ਹਾਉਂਦੀ। ਤਾਂ ਔਰਤਾਂ ਦੁਆਰਾ ਕੀਤੀਆਂ ਜਾਂਦੀਆਂ ਆਰਥਿਕ ਅਤੇ ਗੈਰ ਆਰਥਿਕ ਕਿਰਿਆਵਾਂ ਜਿਹੜੀਆਂ ਹੈਗੀਆਂ ਉਹਦੇ ਵਿੱਚ ਪੁਰਾਣੇ ਸਮੇਂ 'ਚ ਪਰਿਵਾਰ ਵਿੱਚ ਪੁਰਸ਼ਾਂ ਅਤੇ ਔਰਤਾਂ ਦੇ ਵਿੱਚ ਕਿਰਤ ਦੀ ਵੰਡ ਹੁੰਦੀ ਸੀ। ਔਰਤਾਂ ਘਰ ਦਾ ਕੰਮ ਕਰਦੀਆਂ ਸੀ ਪਰ ਪੁਰਸ਼ ਖੇਤਾਂ ਵਿੱਚ ਕੰਮ ਕਰਦੇ ਸੀ। ਇਸ ਤਰ੍ਹਾਂ ਮਨਦੀਪ ਦੀ ਮਾਂ ਘਰ ਰਹਿ ਕੇ ਘਰ ਦਾ ਕੰਮ ਅਤੇ ਆਪਣੇ ਬੱਚਿਆਂ ਦੀ ਦੇਖਭਾਲ ਕਰਦੇ ਸੀ ਅਤੇ ਉਸਦੇ ਪਿਤਾ ਖੇਤਾਂ 'ਚ ਕੰਮ ਕਰਦੇ ਸੀ ਅਤੇ ਪਰਿਵਾਰ ਲਈ ਆਮਦਨ ਕਮਾਉਂਦੇ ਸੀ। ਮਨਦੀਪ ਦੇ ਮੰਮੀ ਨੂੰ ਘਰ ਵਿੱਚ ਪ੍ਰਦਾਨ ਕੀਤੀਆਂ ਗਈਆਂ ਜਿਹੜੀਆਂ ਸੇਵਾਵਾਂ ਲਈ ਕੋਈ ਭੁਗਤਾਨ ਨਹੀਂ ਕੀਤਾ ਜਾਂਦਾ ਸੀ, ਅਤੇ ਇਸ ਦੀ ਤੁਲਨਾ ਵਿੱਚ ਗੁਰਪ੍ਰੀਤ ਦੀ ਮਾਂ ਨੂੰ ਖੇਤਾਂ ਵਿੱਚ ਕੀਤੇ ਗਏ ਉਸਦੇ ਕੰਮ ਲਈ ਭੁਗਤਾਨ ਕੀਤਾ ਜਾਂਦਾ। ਇਸ ਤਰ੍ਹਾਂ ਔਰਤਾਂ ਨੂੰ ਉਹਨਾਂ ਦੇ ਕੰਮ ਲਈ ਉਦੋਂ ਭੁਗਤਾਨ ਕੀਤਾ ਜਾਂਦਾ ਜਦੋਂ ਉਹ ਕਿਰਤ ਬਾਜ਼ਾਰ ਵਿੱਚ ਪ੍ਰਵੇਸ਼ ਕਰਦੀਆਂ। ਪੁਰਸ਼ਾਂ ਦੀ ਤਰ੍ਹਾਂ ਔਰਤਾਂ ਦੀ ਕੁਸ਼ਲਤਾ ਅਤੇ ਸਮਰੱਥਾ ਨੂੰ ਪੜ੍ਹਾਈ ਅਤੇ ਸਹੀ ਸਿਹਤ ਸਹੂਲਤਾਂ ਦੇ ਨਾਲ ਵਧਾਇਆ ਜਾ ਸਕਦਾ ਹੈ। ਇਸ ਪ੍ਰਕਾਰ ਸਿੱਖਿਆ ਅਤੇ ਕੁਸ਼ਲਤਾ ਜਿਹੜੀ ਹੈਗੀ ਉਹ ਬਾਜ਼ਾਰ ਵਿੱਚ ਵਿਅਕਤੀਗਤ ਕਮਾਈ ਦੇ ਮੁੱਖ ਜਿਹੜਾ ਹੈਗਾ ਨਿਰਧਾਰਕ ਹਨ। ਸੰਗਠਿਤ ਜਾਂ ਸਰਕਾਰੀ ਖੇਤਰ ਵਿੱਚ ਪੁਰਸ਼ਾਂ ਅਤੇ ਮਹਿਲਾਵਾਂ ਨੂੰ ਇੱਕੋ ਜਿਹਾ ਕੰਮ ਕਰਨ ਬਦਲੇ ਜਿਹੜਾ ਬਰਾਬਰ ਵੇਤਨ ਮਿਲਦਾ ਹੈ, ਪਰ ਗੈਰ ਸੰਗਠਿਤ ਖੇਤਰ 'ਚ ਵਿਸ਼ੇਸ਼ ਰੂਪ ਵਿੱਚ ਪੇਂਡੂ ਖੇਤਰ ਦੇ ਜਿਹੜੇ ਮਜ਼ਦੂਰ ਨੇ ਉਸ ਵਰਗ ਦੇ ਵਿੱਚ ਕਈ ਵਾਰ ਪੁਰਸ਼ਾਂ ਦੀ ਤੁਲਨਾ ਵਿੱਚ ਮਹਿਲਾਵਾਂ ਨੂੰ ਘੱਟ ਵੇਤਨ ਦਿੱਤਾ ਜਾਂਦਾ, ਪਰ ਪੜ੍ਹੀਆਂ ਲਿਖੀਆਂ ਮਹਿਲਾਵਾਂ ਨੂੰ ਪੁਰਸ਼ਾਂ ਦੇ ਬਰਾਬਰ ਵੇਤਨ ਹੀ ਦਿੱਤਾ ਜਾਂਦਾ। ਅੱਜ ਕੱਲ੍ਹ ਮਹਿਲਾਵਾਂ ਜਿਹੜੀਆਂ ਹੈਗੀਆਂ ਉਹ ਪੜ੍ਹਨ ਲਿਖਣ ਤੋਂ ਬਾਅਦ ਪ੍ਰਸ਼ਾਸਨਿਕ ਸੇਵਾਵਾਂ ਹੋ ਗਿਆ, ਖੋਜ ਕੇਂਦਰ ਹੋ ਗਏ, ਪੁਲਾੜ ਖੇਤਰ ਆਦਿ ਦੇ ਵਿੱਚ ਵੀ ਕੰਮ ਕਰ ਰਹੀਆਂ, ਜਿਵੇਂ ਕਿ ਡਾਕਟਰ ਕਿਰਨ ਬੇਦੀ, ਕਲਪਨਾ ਚਾਵਲਾ, ਸੁਨੀਤਾ ਵਿਲੀਅਮਸ, ਇਹਨਾਂ ਨੇ ਬਹੁਤ ਨਾਮ ਕਮਾਇਆ। ਤਾਂ ਇਹਨਾਂ ਖੇਤਰਾਂ ਵਿੱਚ ਵੱਡੀ ਮਾਤਰਾ ਵਿੱਚ ਵਿਗਿਆਨਿਕ ਅਤੇ ਤਕਨੀਕੀ ਹੁਨਰ ਦੀ ਲੋੜ ਹੁੰਦੀ ਹੈ। ਤਾਂ ਅੱਗੇ ਅਸੀਂ ਇਹ ਸਾਰੀਆਂ ਚੀਜ਼ਾਂ ਪੜ੍ਹੀਆਂ ਸੀਗੀਆਂ। ਇਸ ਤੋਂ ਬਾਅਦ ਅਸੀਂ ਜਿਹੜਾ ਪਾਰਟ 2 ਸੀਗਾ ਉਹਦੇ ਵਿੱਚ ਪੜ੍ਹਿਆ ਸੀਗਾ ਸਾਡਾ ਜਿਹੜਾ ਜਨਸੰਖਿਆ ਦੀ ਗੁਣਵੱਤਾ ਬਾਰੇ। ਤਾਂ ਜਨਸੰਖਿਆ ਦੀ ਗੁਣਵੱਤਾ ਦੇਸ਼ ਦੇ ਲੋਕਾਂ ਵੱਲੋਂ ਪ੍ਰਾਪਤ ਕੀਤੀ ਚੰਗੀ ਸਿੱਖਿਆ, ਜਿਹੜੀ ਚੰਗੀ ਸਿੱਖਿਆ ਪ੍ਰਾਪਤ ਕੀਤੀ ਹੈ ਤਾਂ ਲੋਕਾਂ ਦੀ ਚੰਗੀ ਸਿਹਤ ਅਤੇ ਨਿਪੁੰਨਤਾ ਦੇ ਨਿਰਮਾਣ 'ਤੇ ਨਿਰਭਰ ਕਰਦੀ ਹੈ। ਜਨਸੰਖਿਆ ਦੀ ਗੁਣਵੱਤਾ ਦੇਸ਼ ਜਾਂ ਅਰਥ ਵਿਵਸਥਾ ਦੇ ਵਾਧੇ ਦੇ ਵਿਕਾਸ ਦੀ ਦਰ ਨੂੰ ਨਿਸ਼ਚਿਤ ਕਰਦੀ ਹੈ। ਅਨਪੜ੍ਹ ਅਤੇ ਅਸਵਸਥ ਜਨਸੰਖਿਆ ਅਰਥ ਵਿਵਸਥਾ ਲਈ ਦੇਣਦਾਰੀ ਹੈ, ਜਦਕਿ ਪੜ੍ਹੀ ਲਿਖੀ ਅਤੇ ਸਿਹਤਮੰਦ ਜਨਸੰਖਿਆ ਜਿਹੜੀ ਹੈਗੀ ਉਹ ਪਰਿਸੰਪਤੀ ਹੈ। ਤਾਂ ਪੜ੍ਹੀ ਲਿਖੀ ਜਨਸੰਖਿਆ ਜਿਹੜੀ ਹੈਗੀ ਉਹ ਦੇਸ਼ ਦੇ ਲਈ ਲਾਭਦਾਇਕ ਹੈ। ਭਾਰਤ ਦੀਆਂ 5 ਸਾਲਾ ਯੋਜਨਾਵਾਂ ਦੌਰਾਨ ਵੀ ਜਨਸੰਖਿਆ ਦੀ ਗੁਣਵੱਤਾ ਨੂੰ ਸੁਧਾਰਨ ਲਈ ਵਿਸ਼ੇਸ਼ ਧਿਆਨ ਦਿੱਤਾ ਗਿਆ ਸੀਗਾ। ਤਾਂ ਅੱਗੇ ਅਸੀਂ ਜੇ ਦੇਖੀਏ ਤਾਂ ਜਨਸੰਖਿਆ ਦੀ ਗੁਣਵੱਤਾ ਜਿਹੜੀ ਹੈਗੀ ਹੈ ਤਾਂ ਚੰਗੀ ਸਿੱਖਿਆ ਲੋਕਾਂ ਦੀ ਸਿਹਤ ਅਤੇ ਦੇਸ਼ ਦੇ ਲੋਕਾਂ ਦੁਆਰਾ ਹਾਸਲ ਕੀਤੀ ਕੁਸ਼ਲਤਾ ਦਾ ਗਠਨ ਹੈ, ਆਬਾਦੀ ਦੀ ਗੁਣਵੱਤਾ ਵਧਾਉਂਦੀ ਹੈ ਅਤੇ ਦੇਸ਼ ਦੇ ਵਿਕਾਸ ਦਰ ਦਾ ਫੈਸਲਾ ਕਰਦੀ ਹੈ। ਅਨਪੜ੍ਹ ਅਤੇ ਗੈਰ ਸਿਹਤਮੰਦ ਆਬਾਦੀ ਆਰਥਿਕਤਾ ਦੇ ਲਈ ਇੱਕ ਦੇਣਦਾਰੀ ਹੈ। ਸਾਖਰ ਅਤੇ ਸਿਹਤਮੰਦ ਆਬਾਦੀ ਇੱਕ ਸੰਪੱਤੀ ਹੈ। ਤਾਂ ਭਾਰਤ ਦੀਆਂ 5 ਸਾਲਾ ਯੋਜਨਾਵਾਂ ਆਬਾਦੀ ਦੀ ਗੁਣਵੱਤਾ ਵਿੱਚ ਸੁਧਾਰ ਲਈ ਵਿਸ਼ੇਸ਼ ਜਿਹੜਾ ਹੈਗਾ ਉਹ ਉਪਰਾਲੇ ਕਰਦੀਆਂ ਜਾਂ ਵਿਸ਼ੇਸ਼ ਧਿਆਨ ਰੱਖਦੇ ਹਨ। ਤਾਂ ਅੱਗੇ ਅਸੀਂ ਦੁਹਰਾਵਾਂਗੇ ਸਿੱਖਿਆ ਦਾ ਖੇਤਰ। ਤਾਂ ਸਿੱਖਿਆ ਮਨੁੱਖ ਦੇ ਵਿਕਾਸ ਲਈ ਇੱਕ ਬਹੁਤ ਜ਼ਰੂਰੀ ਸਾਧਨ ਹੈ। ਇਹ ਨਵੀਆਂ ਇੱਛਾਵਾਂ ਪ੍ਰਦਾਨ ਕਰਦੀ ਹੈ ਅਤੇ ਜ਼ਿੰਦਗੀ ਦੇ ਮੁੱਲਾਂ ਨੂੰ ਵਿਕਸਿਤ ਕਰਦੀ ਹੈ। ਅਤੇ ਸਿੱਖਿਆ ਨਾ ਕੇਵਲ ਇੱਕ ਮਨੁੱਖ ਲਈ ਸਗੋਂ ਸਮੁੱਚੇ ਸਮਾਜ ਦੇ ਵਿਕਾਸ ਵਿੱਚ ਹਿੱਸਾ ਪਾਉਂਦੀ ਹੈ। ਜਿਵੇਂ ਮਨਦੀਪ ਨੂੰ ਚੰਗੇ ਸਕੂਲ 'ਚ ਪੜ੍ਹਨ ਦਾ ਮੌਕਾ ਮਿਲਿਆ, ਸਿੱਖਿਆ ਨੇ ਉਸ ਨੂੰ ਵਿਕਸਿਤ ਹੋਣ, ਚੰਗਾ ਨਾਗਰਿਕ ਬਣਨ ਲਈ, ਚੰਗੇ ਪੈਸੇ ਕਮਾਉਣ ਵਿੱਚ ਸਹਾਇਤਾ ਕੀਤੀ, ਜਿਸ ਕਾਰਨ ਰਾਸ਼ਟਰੀ ਆਮਦਨ ਦੇ ਵਿੱਚ ਵਾਧਾ ਹੋਇਆ ਅਤੇ ਦੇਸ਼ ਦਾ ਜਿਹੜਾ ਹੈਗਾ ਉਹ ਆਰਥਿਕ ਵਿਕਾਸ ਵੀ ਹੋਇਆ। ਤਾਂ ਸਿੱਖਿਆ ਮਨੁੱਖ ਦੇ ਵਿਕਾਸ ਲਈ ਇੱਕ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ, ਨਵੀਆਂ ਇੱਛਾਵਾਂ ਪ੍ਰਦਾਨ ਕਰਦੀ ਹੈ ਅਤੇ ਜੀਵਨ ਦੀਆਂ ਕਦਰਾਂ ਕੀਮਤਾਂ ਦਾ ਵਿਕਾਸ ਹੁੰਦਾ ਹੈ। ਸਿਰਫ ਇੱਕੋ ਵਿਅਕਤੀ ਦਾ ਨਹੀਂ ਬਲਕਿ ਸਮੁੱਚੇ ਸਮਾਜ ਦਾ ਵੀ ਜਿਹੜਾ ਹੈਗਾ ਉਹ ਸਿੱਖਿਆ ਦੇ ਨਾਲ ਵਿਕਾਸ ਹੁੰਦਾ ਹੈ। ਤਾਂ ਅੱਗੇ ਅਸੀਂ ਗੱਲ ਕਰਾਂਗੇ ਭਾਰਤ ਵਿੱਚ ਸਾਖਰਤਾ ਦਰ ਦੀ। ਤਾਂ ਭਾਰਤ ਦੀ ਜਿਹੜੀ ਸਾਖਰਤਾ ਦਰ ਹੈ ਇਹਨੂੰ ਅਗਰ ਅਸੀਂ ਦੇਖੀਏ ਤਾਂ ਭਾਰਤ ਦੇ ਵੱਖ-ਵੱਖ ਭਾਗਾਂ ਵਿੱਚ ਸਾਖਰਤਾ ਦਰ ਵਿੱਚ ਕਾਫੀ ਵੱਡਾ ਅੰਤਰ ਹੈ। ਅਤੇ ਜਨਸੰਖਿਆ ਦੇ ਵੱਖ-ਵੱਖ ਭਾਗਾਂ ਵਿੱਚ ਸਾਖਰਤਾ ਦਰ ਵਿੱਚ ਅੰਤਰ ਜ਼ਿਆਦਾ ਹੈ। ਜਨਗਣਨਾ 2011 ਦੀ ਰਿਪੋਰਟ ਅਨੁਸਾਰ ਭਾਰਤ ਵਿੱਚ ਜਿਹੜੀ ਕੁੱਲ ਸਾਖਰਤਾ ਦਰ ਹੈ ਉਹ 74%, 74% ਜਿਹੜੀ ਹੈਗੀ ਉਹ ਪਾਈ ਗਈ ਹੈ। ਤਾਂ ਇਹ 74% ਜਿਹੜੀ ਕੁੱਲ ਸਾਖਰਤਾ ਦਰ ਸੀਗੀ। ਇਸ ਤੋਂ ਬਾਅਦ ਅਸੀਂ ਅਗਰ ਦੇਖੀਏ ਤਾਂ ਪੁਰਸ਼ਾਂ ਵਿੱਚ ਸਾਖਰਤਾ ਅਤੇ ਔਰਤਾਂ ਵਿੱਚ ਸਾਖਰਤਾ। ਤਾਂ ਪੁਰਸ਼ ਕਿੰਨੇ ਪੜ੍ਹੇ ਲਿਖੇ ਹਨ, ਔਰਤਾਂ ਕਿੰਨੀਆਂ ਪੜ੍ਹੀਆਂ ਲਿਖੀਆਂ ਹਨ। ਤਾਂ ਜਿਹੜੀ ਪੁਰਸ਼ਾਂ ਦੀ ਜਿਹੜੀ ਹੈਗੀ ਹੈ ਸਾਖਰਤਾ ਦਰ ਉਹ 82.14% ਹੈ ਅਤੇ ਮਹਿਲਾਵਾਂ ਦੀ 65.46% ਸਾਖਰਤਾ ਦਰ ਹੈ। ਤਾਂ ਪੁਰਸ਼ ਜਿਹੜੇ ਹੈਗੇ ਉਹ 82.14% ਸਾਖਰਤਾ ਦਰ ਹੈ ਉਹਨਾਂ ਦੀ, ਮਹਿਲਾਵਾਂ ਦੀ 65.46% ਸਾਖਰਤਾ ਦਰ ਹੈ। ਤਾਂ ਪੁਰਸ਼ਾਂ ਵਿੱਚ ਸਾਖਰਤਾ ਦਰ ਮਹਿਲਾਵਾਂ ਨਾਲੋਂ ਕਰੀਬ 16.68% ਵੱਧ ਹੈ। ਤਾਂ ਪੁਰਸ਼ਾਂ ਦੀ ਜਿਹੜੀ ਸਾਖਰਤਾ ਦਰ ਹੈ ਉਹ ਮਹਿਲਾਵਾਂ ਨਾਲੋਂ, ਮਰਦਾਂ ਦੀ ਸਾਖਰਤਾ ਦਰ ਔਰਤਾਂ ਨਾਲੋਂ, ਪੁਰਸ਼ਾਂ ਦੀ ਸਾਖਰਤਾ ਦਰ ਮਹਿਲਾਵਾਂ ਨਾਲੋਂ ਜਿਹੜੀ ਹੈਗੀ ਉਹ ਲਗਭਗ 16.68% ਵੱਧ ਹੈ। ਪੇਂਡੂ ਖੇਤਰ ਦੀ ਅਗਰ ਅਸੀਂ ਤੁਲਨਾ ਕਰੀਏ ਤਾਂ ਪੇਂਡੂ ਖੇਤਰ ਔਰ ਸ਼ਹਿਰੀ ਖੇਤਰ ਦੇ ਵਿੱਚ ਜਿਹੜੀ ਤੁਲਨਾ ਹੈ ਉਹਦੇ ਵਿੱਚ 16.1% ਵੱਧ ਹੈ ਜਿਹੜੀ ਸ਼ਹਿਰੀ ਖੇਤਰ ਦੀ ਹੈ। ਪੇਂਡੂ ਖੇਤਰ ਨਾਲੋਂ
ਸ਼ਹਿਰੀ ਖੇਤਰ ਦੇ ਵਿੱਚ 16.1% ਜਿਹੜੀ ਹੈਗੀ ਸਾਖਰਤਾ ਦਰ ਉਹ ਵੱਧ ਹੈ। ਤਾਂ ਅੱਗੇ ਅਸੀਂ ਦੇਖਦੇ ਹਾਂ ਕਿ ਸ਼ਹਿਰੀ ਖੇਤਰ ਦੇ ਵਿੱਚ ਪੇਂਡੂ ਖੇਤਰ ਦੇ ਮੁਕਾਬਲੇ ਸ਼ਹਿਰੀ ਖੇਤਰਾਂ ਵਿੱਚ 16.1% ਦਰ ਜਿਹੜੀ ਹੈਗੀ ਹੈ ਉਹ ਵੱਧ ਹੈ। ਸਭ ਤੋਂ ਜ਼ਿਆਦਾ ਸਾਖਰਤਾ ਦੀ ਦਰ ਜਿਹੜੀ ਹੈਗੀ ਉਹ ਕੇਰਲ ਦੇ ਵਿੱਚ ਹੈ, ਜਦਕਿ ਬਿਹਾਰ ਦੇ ਵਿੱਚ ਸਭ ਤੋਂ ਘੱਟ ਸਾਖਰਤਾ ਦਰ ਹੈ। ਤਾਂ ਬਿਹਾਰ ਅਗਰ ਅਸੀਂ ਦੇਖੀਏ, ਬਿਹਾਰ 'ਚ ਸਭ ਤੋਂ ਘੱਟ ਸਾਖਰਤਾ ਦਰ 63.8% ਹੈ, ਜਦਕਿ ਇਹੀ ਬਿਹਾਰ ਤੋਂ ਬਾਅਦ ਅਸੀਂ ਅਗਰ ਕੇਰਲ ਦੇਖੀਏ ਤਾਂ ਕੇਰਲ ਜਿਹੜਾ ਹੈਗਾ ਉਹਦੇ ਵਿੱਚ ਸਾਖਰਤਾ ਦਰ ਜਿਹੜੀ ਹੈਗੀ ਉਹ 93.9% ਹੈ। ਤਾਂ ਪੰਜਾਬ ਦੀ ਸਾਖਰਤਾ ਦਰ 75.84% ਹੈ, ਜਿਸ ਦੇ ਵਿੱਚ ਪੁਰਸ਼ਾਂ ਦੀ ਜਿਹੜੀ ਸਾਖਰਤਾ ਹੈ ਉਹ 80.44% ਹੈ ਅਤੇ ਮਹਿਲਾਵਾਂ ਦੀ ਸਾਖਰਤਾ ਦਰ ਜਿਹੜੀ ਹੈਗੀ ਉਹ 70.73% ਹੈ। ਤਾਂ ਭਾਰਤ ਦੀ ਸਾਖਰਤਾ ਦਰ ਦਾ ਅਗਰ ਅਸੀਂ ਡਿਟੇਲ ਦੇਖੀਏ ਤਾਂ ਇਸ ਤੁਸੀਂ ਦੇਖ ਸਕਦੇ ਹੋ ਕਿ ਮੇਲ ਔਰ ਫੀਮੇਲ ਜਿਹੜੇ ਹੈਗੇ ਇਹ 1951 ਤੋਂ ਲੈ ਕੇ 2011 ਤੱਕ ਦਾ ਡਾਟਾ ਹੈ, ਜਿਸ ਦੇ ਵਿੱਚ ਲਗਾਤਾਰ ਸਾਖਰਤਾ ਦਰ ਜਿਹੜੀ ਹੈਗੀ ਉਹ ਵੱਧ ਰਹੀ ਹੈ। ਪਾਪੂਲੇਸ਼ਨ ਵੀ ਜਿੰਨੀ ਵੱਧ ਰਹੀ ਹੈ ਤਾਂ ਉਵੇਂ ਉਵੇਂ ਸਾਖਰਤਾ ਦਰ ਜਿਹੜੀ ਹੈਗੀ ਉਹ ਵੱਧ ਰਹੀ ਹੈ। ਅਤੇ ਜਨਗਣਨਾ ਦਾ ਸਾਲ ਜਿਹੜਾ ਹੈਗਾ ਉਹ ਵੀ ਇਹਦੇ ਵਿੱਚ ਦਰਸਾਇਆ ਗਿਆ ਹੈ। ਅਤੇ ਇਹ ਸੀ ਸਾਡੀ ਸਾਖਰਤਾ ਦਰ ਦੇ ਬਾਰੇ ਅਸੀਂ ਗੱਲ ਕਰ ਰਹੇ ਸੀ। ਅੱਗੇ ਸਾਡੇ ਕੋਲ ਸਾਰਣੀ ਜਿਹੜੀ ਹੈਗੀ ਭਾਰਤ ਵਿੱਚ ਸਾਖਰਤਾ ਦਰ 1951 ਤੋਂ ਲੈ ਕੇ 2011 ਤੱਕ। ਤਾਂ ਇਸ ਦੇ ਵਿੱਚ ਸਾਨੂੰ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਸਾਲ 1951 ਤੋਂ ਲੈ ਕੇ 2011 ਤੱਕ ਵਿਅਕਤੀਆਂ ਦੀ ਸਾਖਰਤਾ ਦਰ ਵਧੀ ਹੈ। ਤਾਂ 50% ਸਾਖਰਤਾ ਦਰ ਨੂੰ ਜਿਹੜਾ ਪਾਰ ਕੀਤਾ ਹੈ ਉਹ ਵੀ ਅਸੀਂ ਇੱਥੇ ਦੇਖਾਂਗੇ। ਤਾਂ ਸਾਲ ਸਾਖਰਤਾ ਦਰ ਜਿਹੜੀ ਕਿਸ ਸਾਲ ਸਭ ਤੋਂ ਵੱਧ ਵਧੀ ਹੈ ਅਤੇ ਇਹ ਵੀ ਅਸੀਂ ਇੱਥੇ ਦੇਖ ਸਕਦੇ ਹਾਂ। ਤਾਂ ਇਹ ਜਿਹੜੀ ਸਾਰਣੀ ਹੈ ਦੇਖ ਰਹੇ ਹਾਂ, ਇਹਦੇ 'ਚ ਸਪਸ਼ਟ ਹੈ ਕਿ ਭਾਰਤ ਨੇ ਸਿੱਖਿਆ ਦੇ ਖੇਤਰ ਵਿੱਚ ਬਹੁਤ ਵਿਕਾਸ ਕੀਤਾ ਹੈ। ਪਹਿਲੀ 5 ਸਾਲਾ ਜਿਹੜੀ ਯੋਜਨਾ ਦੇ ਅੰਤਰਗਤ ਜਿਹੜਾ ਸਿੱਖਿਆ ਸੀ ਉਹਦੇ 'ਚ 151 ਕਰੋੜ ਰੁਪਏ ਦਾ ਖਰਚ ਹੋਇਆ ਸੀਗਾ। ਤਾਂ ਪਹਿਲੀ ਜਿਹੜੀ ਸਾਡੀ ਯੋਜਨਾ ਸੀਗੀ 5 ਸਾਲਾ ਉਸ ਦੇ ਵਿੱਚ 151 ਕਰੋੜ ਰੁਪਈਆ ਜਿਹੜਾ ਸੀ ਖਰਚ ਹੋਇਆ, ਜਦਕਿ 11ਵੀਂ 5 ਸਾਲਾ ਯੋਜਨਾ ਵਿੱਚ 3766.90 ਕਰੋੜ ਜਿਹੜਾ ਸਿੱਖਿਆ ਸੰਸਥਾਵਾਂ ਲਈ ਖਰਚ ਕੀਤੇ ਗਏ ਸੀ। ਇਸ ਅਵਧੀ ਦੌਰਾਨ ਜਿਹੜਾ ਸੀਗਾ ਤਾਂ ਸਿੱਖਿਆ ਸੰਸਥਾਵਾਂ ਦੀ ਸੰਖਿਆ 4 ਗੁਣਾ ਵਧੀ ਸੀ। ਅਤੇ ਸਿੱਖਿਆ ਸੰਸਥਾਵਾਂ ਦੀ ਸੰਖਿਆ ਜਿਹੜੀ ਹੈਗੀ ਹੈ ਉਹ 4 ਗੁਣਾ ਉਹ ਵਧੀ ਸੀਗੀ ਅਤੇ ਵਿਦਿਆਰਥੀਆਂ ਦੀ ਜਿਹੜੀ ਸੰਖਿਆ ਹੈ ਉਹ 5 ਗੁਣਾ ਵਧੀ ਹੈ। ਭਾਰਤ ਦੇ ਜਿਹੜੇ ਪਿੰਡਾਂ ਦੇ ਵਿੱਚ ਪ੍ਰਾਇਮਰੀ ਸਕੂਲਾਂ ਦਾ ਵਿਸਥਾਰ ਹੋਇਆ ਤਾਂ 11ਵੀਂ ਜਿਹੜੀ 5 ਸਾਲਾ ਜਿਹੜੀ ਹੈਗੀ ਹੈ ਯੋਜਨਾ ਦੇ ਦੌਰਾਨ ਸਰਵ ਸਿੱਖਿਆ ਅਭਿਆਨ ਜਿਹੜਾ ਹੈਗਾ ਉਹਦੇ ਅਧੀਨ 6 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਨੂੰ ਲਾਜ਼ਮੀ ਐਲੀਮੈਂਟਰੀ ਸਿੱਖਿਆ ਪ੍ਰਦਾਨ ਕਰਨਾ ਇੱਕ ਮਹੱਤਵਪੂਰਨ ਕਦਮ ਸੀਗਾ। ਇਸੇ ਤਰ੍ਹਾਂ ਮਿਡ ਡੇ ਮੀਲ ਜਿਹੜਾ ਦੁਪਹਿਰ ਦਾ ਭੋਜਨ ਹੈ ਉਹਦੀ ਸਕੀਮ ਵੀ ਸਕੂਲਾਂ ਵਿੱਚ ਬੱਚਿਆਂ ਦੀ ਸਿੱਖਿਆ ਵਧਾਉਣ ਅਤੇ ਬੱਚੇ ਜਿਹੜੇ ਹੈਗੇ ਉਹਨਾਂ ਦੇ ਆਹਾਰ ਪੱਧਰ ਨੂੰ ਸੁਧਾਰਨ ਲਈ ਲਾਗੂ ਕੀਤੀ ਗਈ ਸੀ। ਤਾਂ ਪਿੰਡਾਂ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਪ੍ਰਦਾਨ ਕਰਨ ਲਈ ਹਰ ਇੱਕ ਜ਼ਿਲ੍ਹੇ ਵਿੱਚ ਨਵੋਦਿਆ ਸਕੂਲ ਖੋਲ੍ਹੇ ਜਾਣ ਦਾ ਟੀਚਾ ਮਿੱਥਿਆ ਗਿਆ ਸੀਗਾ। ਤਾਂ ਹਾਈ ਸਕੂਲਾਂ ਦੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਸਵੈ ਰੁਜ਼ਗਾਰ ਲਈ ਕੈਰੀਅਰ ਐਂਡ ਗਾਈਡੈਂਸ ਸੈੱਲ ਜਿਹੜੇ ਹੈਗੇ ਸਿਖਲਾਈ ਦੇਣ ਲਈ ਮੰਤਵ ਨਾਲ ਬਹੁਤ ਸਾਰੇ ਕਿੱਤੇ ਮੁਖੀ ਕੋਰਸ ਜਿਹੜੇ ਵੋਕੇਸ਼ਨਲ ਕੋਰਸਿਸ ਸੀ ਉਹ ਵੀ ਸ਼ੁਰੂ ਕੀਤੇ ਗਏ ਸੀ। ਅਤੇ ਹੁਣ ਅੱਗੇ ਅਗਰ ਅਸੀਂ ਦੇਖੀਏ ਤਾਂ ਸੂਚਨਾ ਤਕਨੀਕ ਦੀ ਵਰਤੋਂ ਅਤੇ ਕਿੱਤਾ ਮੁਖੀ ਕੋਰਸਾਂ ਤੋਂ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਅੱਜ ਕੱਲ੍ਹ। ਤਾਂ 11ਵੀਂ 5 ਸਾਲਾ ਯੋਜਨਾ ਵਿੱਚ ਪੱਤਰ ਵਿਵਹਾਰ ਰਾਹੀਂ ਜਿਹੜਾ CC ਰਾਹੀਂ ਸਿੱਖਿਆ ਪ੍ਰਦਾਨ ਕਰਨ ਦਾ ਟੀਚਾ ਵੀ ਮਿੱਥਿਆ ਗਿਆ ਸੀ। ਜਿਹੜੇ ਵਿਦਿਆਰਥੀ ਕਿਸੇ ਕਾਰਨ ਸਕੂਲ ਨਹੀਂ ਜਾ ਸਕਦੇ ਉਹਨਾਂ ਨੂੰ ਓਪਨ ਸਕੂਲ ਜਿਹੜਾ ਸੀ ਓਪਨ ਸਕੂਲ ਐਜੂਕੇਸ਼ਨ ਸਿਸਟਮ ਪ੍ਰਣਾਲੀ ਵੀ ਸ਼ੁਰੂ ਕੀਤੀ ਗਈ ਸੀ, ਜਿਹੜੇ ਕਿ ਉਹ ਓਪਨ ਸਕੂਲ ਰਾਹੀਂ ਬੱਚੇ ਜਿਹੜੇ ਹੈਗੇ ਆ ਉਹ ਪੜ੍ਹ ਸਕਦੇ ਸੀ। ਅੱਗੇ ਅਸੀਂ ਗੱਲ ਕਰਾਂਗੇ ਸਿਹਤ ਦੀ ਰਿਵੀਜ਼ਨ ਕਰਾਂਗੇ। ਤਾਂ ਮਨੁੱਖ ਦੇ ਕੰਮ ਕਰਨ ਦੀ ਯੋਗਤਾ ਅਤੇ ਸਮਰੱਥਾ ਉਸ ਦੀ ਸਿਹਤ 'ਤੇ ਨਿਰਭਰ ਕਰਦੀ ਹੈ। ਚੰਗੀ ਸਿਹਤ ਜਿਹੜੀ ਹੈਗੀ ਹੈ ਉਹ ਸਰੀਰਕ ਤੰਦਰੁਸਤੀ ਪਲੱਸ ਮਾਨਸਿਕ ਤੰਦਰੁਸਤੀ ਹੁੰਦੀ ਹੈ। ਤਾਂ ਮਨੁੱਖ ਦੀ ਕੰਮ ਕਰਨ ਦੀ ਯੋਗਤਾ ਦੀ ਸਮਰੱਥਾ ਉਸ ਦੀ ਸਿਹਤ 'ਤੇ ਨਿਰਭਰ ਕਰਦੀ ਹੈ। ਤਾਂ ਗੌਰਵ ਅਤੇ ਰਵੀ ਦੀ ਅਸੀਂ ਉਦਾਹਰਨ ਲਈ ਸੀ ਅਤੇ ਗੌਰਵ ਅਤੇ ਰਵੀ ਜਿਹੜੇ ਹੈਗੇ ਆ ਉਹਨਾਂ ਦੀ ਸਿਹਤ ਦੇ ਬਾਰੇ ਅਸੀਂ ਗੱਲ ਕੀਤੀ ਸੀ। ਅਤੇ ਗੌਰਵ ਤੰਦਰੁਸਤ ਹੈ, ਰਵੀ ਗਠੀਆ ਪੀੜਤ ਹੈ। ਅਤੇ ਗੌਰਵ ਅਤੇ ਰਵੀ ਦੋਨੇ ਇੱਕ ਫਰਮ ਦੇ ਲੇਖਾ ਵਿਭਾਗ 'ਚ ਕੰਮ ਕਰਦੇ ਹਨ। ਗੌਰਵ ਸਰੀਰਕ ਪੱਖੋਂ ਤੰਦਰੁਸਤ ਹੈ ਪਰ ਰਵੀ ਜੋੜਾਂ ਦੇ ਦਰਦ ਨਾਲ ਗਠੀਆ ਦਾ ਮਰੀਜ਼ ਹੈ। ਰਵੀ ਨੂੰ ਵਾਰ-ਵਾਰ ਡਾਕਟਰ ਕੋਲ ਜਾਣਾ ਪੈਂਦਾ, ਜਦਕਿ ਗੌਰਵ ਰੋਜ਼ਾਨਾ ਜਿਹੜਾ ਹੈਗਾ ਉਹ ਕੰਮ 'ਤੇ ਆਉਂਦਾ। ਅਤੇ ਇਸੇ ਲਈ ਫਰਮ ਦੀ ਦੇਣਦਾਰੀ ਬਣ ਗਿਆ ਜਿਹੜਾ ਰਵੀ ਹੈ, ਕਿਉਂਕਿ ਗਠੀਆ ਪੀੜਤ ਹੈ ਉਹ ਅਕਸਰ ਛੁੱਟੀਆਂ ਕਰਦਾ। ਔਰ ਗੌਰਵ ਜਿਹੜਾ ਹੈਗਾ ਉਹਨੂੰ ਤਰੱਕੀ ਵੀ ਮਿਲੀ ਹੈ। ਤਾਂ ਗੌਰਵ ਦੀ ਚੰਗੀ ਸਿਹਤ ਨੇ ਫਰਮ ਦੇ ਕੁੱਲ ਉਤਪਾਦਕਤਾ ਵਿੱਚ ਵੀ ਵਾਧਾ ਕੀਤਾ ਹੈ, ਜਿਸ ਨੇ ਅਰਥ ਵਿਵਸਥਾ ਦੇ ਵਾਧੇ ਵਿੱਚ ਹਿੱਸਾ ਪਾਇਆ। ਤਾਂ ਗੌਰਵ ਅਤੇ ਰਵੀ ਦੀ ਉਦਾਹਰਨ ਤੋਂ ਬਾਅਦ ਅਸੀਂ ਗੱਲ ਕਰੀ ਸੀਗੀ ਜਿਹੜਾ ਹੈਗਾ ਸ਼ਿਸ਼ੂ ਸੁਰੱਖਿਆ ਦੀ। ਤਾਂ ਜਿਹੜੀ ਸ਼ਿਸ਼ੂ ਸੁਰੱਖਿਆ ਹੈ ਤਾਂ ਭਾਰਤ ਵਿੱਚ 1951 ਵਿੱਚ ਸ਼ਿਸ਼ੂ ਜਿਹੜੀ ਮੌਤ ਦਰ ਸੀਗੀ ਉਹ 147 ਪ੍ਰਤੀ ਹਜ਼ਾਰ ਸੀ ਅਤੇ ਇਸ ਘੱਟ ਕੇ 2015 ਦੀ ਜਿਹੜੀ ਸੀ 37 ਬੱਚੇ ਪ੍ਰਤੀ ਹਜ਼ਾਰ ਹੋਈ। ਸ਼ਿਸ਼ੂ ਮੌਤ ਦਰ ਵਿੱਚ ਕਮੀ ਲਿਆਉਣ ਲਈ ਸ਼ਿਸ਼ੂਆਂ ਦੀ ਜਿਹੜੀ ਸੀਗੀ
ਲਾਗ ਦੀ ਬਿਮਾਰੀ ਤੋਂ ਸੁਰੱਖਿਅਤ ਅਤੇ ਮਾਵਾਂ ਦੇ ਨਾਲ ਨਾਲ ਬੱਚਿਆਂ ਦੀ ਦੇਖਭਾਲ ਤੇ ਪੋਸ਼ਣ ਜਿਹੜਾ ਸੁਨਿਸ਼ਚਿਤ ਕਰਨਾ ਉਹ ਸ਼ਾਮਲ ਸੀਗਾ। ਇਸ ਤੋਂ ਇਲਾਵਾ ਜਿਹੜੀਆਂ ਸਿਹਤ ਸੇਵਾਵਾਂ ਸੀਗੀਆਂ ਉਹਦੇ ਵਿੱਚ ਵਾਧਾ ਹੋਇਆ। ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸਿਹਤ ਕੇਂਦਰ ਸੀ, ਪ੍ਰਾਇਮਰੀ ਸਿਹਤ ਕੇਂਦਰ, ਕਮਿਊਨਿਟੀ ਸੈਂਟਰ ਜਿਹੜੇ ਸੀ, ਸਿਹਤ ਕੇਂਦਰ ਸੀ, ਡਿਸਪੈਂਸਰੀਆਂ, ਹਸਪਤਾਲ, ਇਸੇ ਤਰ੍ਹਾਂ ਬੈੱਡਾਂ ਦੀ ਗਿਣਤੀ 'ਚ 1951 ਤੋਂ ਲੈ ਕੇ 2013 ਤੱਕ ਵਾਧਾ ਹੋਇਆ। ਡਾਕਟਰਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ, ਐਲੋਪੈਥੀ ਦੇ ਡਾਕਟਰ ਸੀ, ਨਰਸਾਂ ਦੀ ਗਿਣਤੀ ਜਿਹੜੀ ਹੈਗੀ ਉਹ ਵੀ ਬਹੁਤ ਵਧੀ। ਤਾਂ ਸਿਹਤ ਸੇਵਾਵਾਂ ਜਿਹੜੀਆਂ ਹੈਗੀਆਂ ਇਹ ਵੀ ਇੰਪਰੂਵ ਹੋਈਆਂ ਲਗਾਤਾਰ ਯੋਜਨਾਵਾਂ ਬਣਾਉਣ ਦੇ ਨਾਲ। ਤਾਂ ਇਹ ਜਿਹੜੀ ਸਾਡੇ ਕੋਲ ਇਹ ਡਾਟਾ ਹੈ ਤੇ ਨੈਸ਼ਨਲ ਹੈਲਥ ਪ੍ਰੋਫਾਈਲ 2013 ਅਨੁਸਾਰ ਆਯੁਸ਼ ਵਿਭਾਗ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਸਰਕਾਰ ਦਾ ਇਹ ਅਸੀਂ ਡਾਟਾ ਜਿਹੜਾ ਹੈਗਾ ਉਹ ਦੇਖ ਰਹੇ ਹਾਂ। ਤਾਂ ਅਸੀਂ ਸਿਹਤ ਦੀ ਗੱਲ ਰਿਵੀਜ਼ਨ ਕਰ ਰਹੇ ਹਾਂ। ਅੱਗੇ ਅਸੀਂ ਬੇਰੁਜ਼ਗਾਰੀ ਬਾਰੇ ਪੜ੍ਹਿਆ ਸੀਗਾ ਕਿ ਬੇਰੁਜ਼ਗਾਰੀ ਉਹ ਸਥਿਤੀ ਹੈ ਜਦੋਂ ਮੌਜੂਦਾ ਮਜ਼ਦੂਰੀ ਦੀ ਦਰ ਤੇ ਕੰਮ ਕਰਨ ਦੇ ਇੱਛੁਕ ਲੋਕਾਂ ਨੂੰ ਕੰਮ ਨਹੀਂ ਮਿਲਦਾ। ਮੌਜੂਦਾ ਮਜ਼ਦੂਰੀ ਦੀ ਦਰ ਤੇ ਜਿਹੜਾ ਹੈਗਾ ਕੰਮ ਕਰਨ ਦੇ ਇੱਛੁਕ ਲੋਕਾਂ ਨੂੰ ਕੰਮ ਨਹੀਂ ਮਿਲਦਾ। ਉਦਾਹਰਨ ਦੇ ਅਸੀਂ ਲਈ ਸੀ ਮਨਦੀਪ ਦੀ ਮਾਤਾ ਘਰ ਦਾ ਕੰਮਕਾਜ ਤੇ ਬੱਚਿਆਂ ਦੀ ਦੇਖਭਾਲ ਕਰਦੇ ਨੇ, ਤਾਂ ਮਨਦੀਪ ਦੀ ਭੈਣ ਹਰਪ੍ਰੀਤ ਅਤੇ ਗੁਰਪ੍ਰੀਤ ਦਾ ਭਰਾ ਜੀਤੂ ਆਪਣਾ ਸਮਾਂ ਖੇਡਣ ਘੁੰਮਣ 'ਚ ਫਿਰਨ 'ਚ ਗੁਜ਼ਾਰਦੇ ਆ। ਤਾਂ ਇਹ ਜਿਹੜਾ ਖੇਡਣ ਘੁੰਮਣ ਦਾ ਸਮਾਂ ਹੈ ਜਾਂ ਜਿਹੜਾ ਹੈਗਾ ਜ਼ਿਆਦਾ ਬਜ਼ੁਰਗਾਂ ਦਾ ਸਮਾਂ ਹੈ ਤਾਂ ਉਹਨੂੰ ਕਿਰਤ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਹੈਗਾ। ਤਾਂ ਜੇ ਅਸੀਂ ਮਨਦੀਪ ਦੇ ਮਾਤਾ ਹਰਪ੍ਰੀਤ ਅਤੇ ਜੀਤੂ ਨੂੰ ਬੇਰੁਜ਼ਗਾਰ ਕਹਿ ਸਕਦੇ ਹਾਂ, ਇਹ ਸਵਾਲ ਪੈਦਾ ਹੁੰਦਾ। ਤਾਂ ਉੱਤਰ ਇਹਦਾ ਨਿਸ਼ਚਿਤ ਜਿਹੜਾ ਹੈਗਾ ਨਾ ਹੋਊਗਾ, ਕਿਉਂਕਿ ਮਨਦੀਪ ਦੀ ਮਾਤਾ ਆਪਣੇ ਘਰ ਤੋਂ ਬਾਹਰ ਕੰਮ ਕਰਨ ਦੀ ਰੁਚੀ ਨਹੀਂ ਹੈਗੀ। ਹਰਪ੍ਰੀਤ ਅਤੇ ਜੀਤੂ ਛੋਟੇ ਨੇ, ਇਸ ਲਈ ਉਹਨਾਂ ਦੀ ਗਿਣਤੀ ਜਿਹੜੀ ਹੈਗੀ ਕਿਰਤ ਸ਼ਕਤੀ ਦੇ ਵਿੱਚ ਨਹੀਂ ਕੀਤੀ ਜਾ ਸਕਦੀ। ਕਿਰਤ ਸ਼ਕਤੀ ਵਿੱਚ ਉਹ ਲੋਕ ਸ਼ਾਮਲ ਕੀਤੇ ਜਾਂਦੇ ਨੇ ਜਿਨ੍ਹਾਂ ਦੀ ਉਮਰ 15 ਤੋਂ 59 ਸਾਲ ਦੇ ਵਿੱਚ ਹੁੰਦੀ ਹੈ। 1559 ਸਾਲ ਦੀ ਉਮਰ ਤੱਕ ਦੇ ਲੋਕ ਹੀ ਕਿਰਤ ਸ਼ਕਤੀ ਦੇ ਵਿੱਚ ਸ਼ਾਮਲ ਕੀਤੇ ਜਾਂਦੇ ਨੇ। ਤਾਂ ਆਬਾਦੀ ਦਾ ਜਿਹੜਾ ਹੈਗਾ 15 ਸਾਲ ਤੋਂ 59 ਸਾਲ ਦੇ ਲੋਕ ਸ਼ਾਮਲ ਹੁੰਦੇ ਨੇ। ਇਹ ਇਸ ਉਮਰ ਸੀਮਾ ਤੋਂ ਪਰੇ ਬਜ਼ੁਰਗ ਲੋਕ ਬੇਰੁਜ਼ਗਾਰ ਨਹੀਂ ਕਹਾਉਂਦੇ, ਬੱਚੇ ਵੀ ਬੇਰੁਜ਼ਗਾਰ ਨਹੀਂ ਕਹਾਉਂਦੇ। ਇਸੇ ਤਰ੍ਹਾਂ ਸਟੈਟਿਕਸ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ ਨੈਸ਼ਨਲ ਸੈਂਪਲ ਸਰਵੇ ਜਿਹੜੀ ਰਿਪੋਰਟ ਸੀਗੀ, ਇਹਦੇ ਦੇਸ਼ ਦੀ ਜਿਹੜੀ ਬੇਰੁਜ਼ਗਾਰੀ ਦਰ ਨੂੰ ਨਿਸ਼ਚਿਤ ਕੀਤਾ ਜਾਂਦਾ ਹੈ। ਤਾਂ ਇਸ ਵਿੱਚ ਉਹ ਲੋਕ ਜਿਹੜੇ ਕੰਮ ਕਰਨ ਵਿੱਚ ਅਸਮਰਥ ਹਨ, ਜਿਵੇਂ ਰੋਗੀ ਹੋ ਗਏ, ਬੁੱਢੇ ਲੋਕ ਹੋ ਗਏ, ਛੋਟੇ ਬੱਚੇ ਹੋ ਗਏ, ਵਿਦਿਆਰਥੀ ਆਦਿ ਸ਼ਾਮਿਲ ਨਹੀਂ ਕੀਤੇ ਜਾਂਦੇ। ਤਾਂ ਭਾਰਤ ਸਰਕਾਰ ਨੇ ਸਟੈਟਿਕਸ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ ਮੰਤਰਾਲੇ ਦੇ ਨੈਸ਼ਨਲ ਸਰਵੇ ਜਿਹੜਾ ਸੀ NSS ਦਾ ਰਿਪੋਰਟ ਅਨੁਸਾਰ ਭਾਰਤ ਵਿੱਚ ਕੇਰਲ ਰਾਜ ਦੀ ਸਭ ਤੋਂ ਉੱਚੀ ਬੇਰੁਜ਼ਗਾਰੀ ਦਰ ਹੈ ਅਤੇ ਰਾਜਸਥਾਨ ਤੇ ਗੁਜਰਾਤ ਰਾਜਾਂ ਵਿੱਚ ਸਭ ਤੋਂ ਘੱਟ ਬੇਰੁਜ਼ਗਾਰੀ ਦਰ ਹੈ। ਤਾਂ ਅਸੀਂ ਗੱਲ ਕਰ ਰਹੇ ਹਾਂ ਬੇਰੁਜ਼ਗਾਰੀ ਦੀ, ਤਾਂ ਇਹਦੇ ਕਾਰਨਾਂ ਦੀ ਗੱਲ ਕਰ ਰਹੇ ਹਾਂ ਅਸੀਂ। ਤਾਂ ਕਾਰਨ ਇਹਦੇ ਕੀ ਨੇ? ਤਾਂ ਤੇਜ਼ੀ ਨਾਲ ਵੱਧ ਰਹੀ ਆਬਾਦੀ ਇਹਦਾ ਇੱਕ ਵੱਡਾ ਕਾਰਨ ਹੈ। ਇਸ ਤੋਂ ਬਾਅਦ ਛੋਟੇ ਪੈਮਾਨੇ ਦੇ ਕਾਟੇਜ ਉਦਯੋਗ ਇਹਦਾ ਕਾਰਨ, ਖੇਤੀਬਾੜੀ ਦੇ ਮੌਸਮੀ ਉਦਯੋਗ, ਮਸ਼ੀਨੀ ਯੁੱਗ ਇਹਦਾ ਕਾਰਨ ਹੈ। ਮਸ਼ੀਨਾਂ ਦੇ ਵਧਣ ਨਾਲ ਬੇਰੁਜ਼ਗਾਰੀ ਵਧੀ ਹੈ। ਰੁਜ਼ਗਾਰ ਸੰਬੰਧੀ ਘੱਟ ਯੋਜਨਾਵਾਂ ਨਾਲ ਬੇਰੁਜ਼ਗਾਰੀ ਵਧੀ ਹੈ। ਪੇਂਡੂ ਖੇਤਰ ਤੇ ਸ਼ਹਿਰੀ ਖੇਤਰ ਦੇ ਵਿੱਚ ਬੇਰੁਜ਼ਗਾਰੀ ਅਲੱਗ-ਅਲੱਗ ਤਰੀਕਿਆਂ ਦੀ ਹੈ। ਤੇ ਇਸੇ ਤਰ੍ਹਾਂ ਮੌਸਮੀ ਬੇਰੁਜ਼ਗਾਰੀ ਵੀ ਅਸੀਂ ਪੜ੍ਹੀ। ਛੁਪੀ ਹੋਈ ਬੇਰੁਜ਼ਗਾਰੀ, 5 ਬੰਦਿਆਂ ਦੀ ਲੋੜ ਹੈ, ਖੇਤ 'ਚ 8 ਬੰਦੇ ਕੰਮ ਕਰਦੇ ਨੇ, ਤਾਂ ਇਹ ਛੁਪੀ ਹੋਈ 3 ਦੀ ਬੇਰੁਜ਼ਗਾਰੀ ਹੈ। ਬੇਰੁਜ਼ਗਾਰੀ ਦੇ ਪ੍ਰਭਾਵ ਜਿਹੜੇ ਹੈਗੇ ਉਹ ਮਨੁੱਖੀ ਸ਼ਕਤੀ ਦੇ ਸਰੋਤਾਂ ਦੀ ਬਰਬਾਦੀ ਕਰਦੀ ਹੈ। ਤੇ ਇਸ ਤੋਂ ਬਾਅਦ ਜਿਹੜਾ ਸਵਰਨ ਜਯੰਤੀ ਸਾਡੀਆਂ ਯੋਜਨਾਵਾਂ ਜਿਹੜੀਆਂ ਸੀਗੀਆਂ, ਵਿਸ਼ੇਸ਼ ਰੁਜ਼ਗਾਰ ਪ੍ਰੋਗਰਾਮ, ਭਾਰਤ ਸਰਕਾਰ ਦੇ ਵਿਸ਼ੇਸ਼ ਰੁਜ਼ਗਾਰ ਪ੍ਰੋਗਰਾਮ ਪੜ੍ਹੇ ਸੀ, ਜਿਸ ਦੇ ਵਿੱਚ ਸਵਰਨ ਜਯੰਤੀ, ਗ੍ਰਾਮ ਸਵੈ ਰੋਜ਼ਗਾਰ ਯੋਜਨਾ SJGRY, ਸੰਪੂਰਨ ਗ੍ਰਾਮੀਣ ਰੋਜ਼ਗਾਰ ਯੋਜਨਾ SGRY ਤੇ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਐਕਟ ਮਨਰੇਗਾ 2005 ਅਸੀਂ ਇਹ ਪੜ੍ਹਿਆ ਸੀਗਾ। ਤਾਂ ਪਿਆਰੇ ਬੱਚਿਓ, ਉਮੀਦ ਕਰਦੇ ਹਾਂ ਤੁਸੀਂ ਆਪਣਾ ਪਾਠ ਜਿਹੜਾ ਹੈਗਾ ਧਿਆਨ ਨਾਲ ਸੁਣਿਆ ਔਰ ਆਪਣੇ ਜਿਹੜੇ ਫੈਕਟਸ ਹਨ ਉਹ ਕਾਪੀਆਂ 'ਤੇ ਨੋਟ ਕੀਤੇ ਹੋਣਗੇ। ਤੁਹਾਡਾ ਬਹੁਤ ਬਹੁਤ ਧੰਨਵਾਦ।